ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤ ਸੰਤੋਖ ਕਰ ਭਾਉ ਕੁੜਮ ਕੁੜਮਾਈ ਆਇਆ ਬਲਰਾਮ ਜੀਓ। ਸੰਤ ਜਨਾਂ ਕਰ ਮੇਲ ਗੁਰਬਾਣੀ ਗਵਾਇਆ ਬਲਰਾਮ ਜੀਓ। ਬਾਣੀ ਗੁਰ ਗਾਈ ਪਰਮ ਗਤ ਪਾਈ ਪੰਚ ਮਿਲੇ ਸੁਹਾਇਆ। ਕਾਮ ਕ੍ਰੋਧ ਮਮਤਾ ਤਨ ਨਾਠੀ ਪਾਖੰਡ ਪਰਮ ਗਵਾਇਆ। ਹਉਮੈ ਪੀਰ ਗਈ ਸੁਖ ਪਾਇਆ ਅਰੋਗਤ ਭਈ ਸਰੀਰਾ। ਗੁਰ ਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ। ਗੁਰ ਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ। ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਪਿਆਰਿਓ, ਆਪ ਸਾਰੇ ਹੀ ਅਤੀ ਸਤਿਕਾਰਯੋਗ ਧੰਨਤਾ ਦੇ ਯੋਗ ਹੋ। ਵੱਡੇ ਭਾਗ ਨੇ ਗੁਰੂ ਕੀ ਪਾਵਨ ਬਾਣੀ ਸੁਣਨ ਦਾ ਵਡਭਾਗਾ ਸਮਾਂ ਪ੍ਰਾਪਤ ਹੋਇਆ ਹੈ। ਆਓ ਧੰਨ ਗੁਰੂ ਰਾਮਦਾਸ ਮਹਾਰਾਜ ਉਹਨਾਂ ਵੱਲੋਂ ਬਖਸ਼ਿਸ਼ ਕੀਤਾ ਹੋਇਆ ਸੂਹੀ ਰਾਗ ਦੇ ਵਿੱਚ ਇੱਕ ਸ਼ਬਦ, ਉਸ ਸ਼ਬਦ ਦੇ ਵਿੱਚੋਂ ਆਪਾਂ ਅੱਜ ਦਾ ਦੂਜਾ ਬੰਦ ਪੜ੍ਹਿਆ ਹੈ। ਅੱਜ ਦੇ ਇਸ ਪਾਵਨ ਸ਼ਬਦ ਦੀ ਵਿਚਾਰ ਵਿੱਚ ਸਾਹਿਬ ਸੱਚੇ ਪਾਤਸ਼ਾਹ ਜੀ ਕੀ ਸਮਝਾਉਂਦੇ ਨੇ। ਜ਼ਿਕਰ ਕੀ ਕੀਤਾ ਹੈ, ਕੀ ਸਾਨੂੰ ਉਪਦੇਸ਼ ਮੈਸੇਜ ਦਿੰਦੇ ਹਨ। ਆਓ ਉਸ ਗੱਲ ਨੂੰ ਆਪਾਂ ਸਮਝੀਏ। ਬਾਣੀ ਦੀ ਵਿਚਾਰ ਸੁਣਨ ਤੋਂ ਪਹਿਲਾਂ ਸਭ ਨੇ ਗੁਰਫਤਿਹ ਦੀ ਸਾਂਝ ਪਾਉਣੀ, ਪ੍ਰੇਮ ਭਾਵਨਾ ਸਤਿਕਾਰ ਸਹਿਤ ਬੋਲਣਾ ਜੀ। ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਸਤ ਸੰਤੋਖ ਕਰ ਭਾਉ ਕੁੜਮ ਕੁੜਮਾਈ ਆਇਆ ਬਲਰਾਮ ਜੀਓ। ਗੁਰੂ ਸਾਹਿਬ ਜੀ ਕਹਿੰਦੇ ਸਤ, ਸਤ ਤੋਂ ਭਾਵ ਹੈ ਜੋ ਆਪਾਂ ਇੱਥੇ ਵਿਚਾਰ ਕਰਨੀ ਹੈ ਉਹਦੇ ਮੁਤਾਬਕ ਕੋਈ ਆਪਣੇ ਵੱਲੋਂ ਸੇਵਾ ਕਰਨੀ, ਆਪਣੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਦਾਨ ਦਸਬੰਧ ਕੱਢਣਾ। ਸਤ ਫਿਰ ਜ਼ਿਕਰ ਕੀਤਾ ਸੰਤੋਖ ਦਾ।
ਸੰਤੋਖ ਬਾਰੇ ਆਪਾਂ ਨੂੰ ਪਤਾ ਵੀ ਸਾਡੇ ਜੀਵਨ ਦਾ ਸਬਰ, ਸੰਤੋਖ ਇਹ ਪੱਲੇ ਹੋਵੇ ਸਾਡੇ। ਸਤ ਸੰਤੋਖ ਕਰ, ਕਰ ਤੋਂ ਭਾਵ ਹੈ ਪੈਦਾ ਕਰ ਆਪਣੇ ਜੀਵਨ ਅੰਦਰ ਇਸ ਚੀਜ਼ ਨੂੰ ਹਰੀ ਕਰ। ਹੁਣ ਸਾਡਾ ਸਭ ਦਾ ਸੁਭਾਅ ਕੀ ਹੈ ਵੀ ਸਾਡੇ ਅੰਦਰ ਇਸ ਚੀਜ਼ ਦਾ ਬੂਟਾ ਅਜੇ ਲੱਗਿਆ ਨਹੀਂ ਹੈ। ਆਪਾਂ ਨੂੰ ਨਾ ਪਤਾ ਨਾ, ਇੱਕ ਮਿਸਾਲ ਦੇ ਤੌਰ ਤੇ ਵੀ ਜੇ ਆਪਾਂ ਕੋਈ ਅੱਜ ਬੀਜ ਬੋਇਆ, ਬੀਜ ਧਰਤੀ ਵਿੱਚ ਬੀਜਿਆ ਗਿਆ, ਕੱਲ ਨੂੰ ਉਸ ਨੇ ਹਰਾ ਹੋਣਾ। ਸਮਾਂ ਪਾ ਕੇ ਉਸ ਬੀਜ ਨੇ ਇੱਕ ਪੌਦੇ ਦਾ, ਵੱਡੇ ਰੁੱਖ ਦਾ ਰੂਪ ਧਾਰਨ ਕਰ ਲੈਣਾ ਤੇ ਸਾਨੂੰ ਫੁੱਲ ਤੇ ਫਲ ਦੇਣੇ ਹਨ। ਫੁੱਲ ਮੀਨਜ਼ ਸੁਗੰਧੀ, ਫਲ ਤੋਂ ਭਾਵ ਮਿੱਠੇ ਰਸ ਵਾਲਾ ਸਾਨੂੰ ਕੋਈ ਨਾ ਕੋਈ ਪਦਾਰਥ ਉਸ ਬੂਟੇ ਨੇ ਦੇਣਾ ਹੈ। ਪਰ ਜੇ ਆਪਾਂ ਕਹੀਏ ਵੀ ਬੀਜ ਬੀਜਣਾ ਨਾ ਪਵੇ, ਧਰਤੀ ਵਿੱਚ ਬੋਈਏ ਨਾ, ਉਦੋਂ ਹੀ ਕੋਈ ਆ ਕੇ ਬਾਹਰੋਂ ਅੰਦਰੋਂ ਫਲ ਫਰੂਟ ਸੁਗੰਧਿਤ ਪਦਾਰਥ ਰੱਖ ਜਾ ਕਰੇ, ਸ਼ਾਇਦ ਇਹ ਸਾਡੀ ਬਹੁਤ ਵੱਡੀ ਗਲਤੀ ਹੋਵੇਗੀ। ਗੁਰੂ ਸਾਹਿਬ ਨੇ ਇਹੀ ਸਮਝਾਇਆ ਵੀ ਬੀਜ ਬੀਜਣਾ ਹੀ ਪਵੇਗਾ। ਬੀਜ ਬੀਜੇ ਤੋਂ ਬਿਨਾਂ ਬੂਟਾ, ਪੌਦਾ, ਰੁੱਖ ਬਣਨਾ ਮੁਸ਼ਕਲ ਹੈ। ਰੁੱਖ ਤੋਂ ਬਿਨਾਂ ਫਲ ਮਿਲਣਾ ਮੁਸ਼ਕਲ ਹੈ। ਜੇ ਰੁੱਖ ਹੀ ਨਹੀਂ ਹੈ, ਫਲ ਕਿਵੇਂ ਪ੍ਰਾਪਤ ਕਰਾਂਗੇ? ਮੰਨ ਲਓ ਵੀ ਸਾਨੂੰ ਅਮਰੂਦ ਖਾਣ ਨੂੰ ਚਿੱਤ ਮੰਨਦਾ, ਉਦਾਹਰਨ ਆ, ਜੇ ਅਮਰੂਦਾਂ ਦੀ ਆਪਣੇ ਵੱਲੋਂ ਕਿਸੇ ਕਿਸਮ ਨੂੰ ਨਹੀਂ ਉਗਾਇਆ ਗਿਆ, ਸੀ ਵੱਡਾ ਨਹੀਂ ਕਰ ਸਕੇ, ਫਿਰ ਕਿੱਥੋਂ ਖਾਵਾਂਗੇ? ਜਿਹੜੀ ਇੱਕ ਮੁੱਲ ਵਾਲੀ ਗੱਲ ਆ, ਉਹ ਇੱਕ ਅਲੱਗ ਵਿਸ਼ਾ। ਇੱਥੇ ਗੱਲ ਆ ਬੀਜ ਬੀਜਣ ਦੀ। ਮਿਹਨਤ ਕਰ, ਸ਼ਰਮ ਪਾਣੀ ਤਨ ਖੇਤ, ਆਪਣੇ ਵੱਲੋਂ ਮਿਹਨਤ ਕਰ, ਮਿਹਨਤ ਦਾ ਫਲ ਪ੍ਰਾਪਤ ਕਰ। ਹੁਣ ਗੁਰੂ ਸਾਹਿਬ ਜੀ ਨੇ ਇੱਥੇ ਜ਼ਿਕਰ ਕੀਤਾ ਵੀ ਆਪਣੇ ਅੰਦਰ ਸਤ ਦਾ ਬੀਜ ਬੀਜ ਲੈ। ਇੱਕ ਗੱਲ ਧਿਆਨ ਵਿੱਚ ਰੱਖਿਓ, ਆਪਾਂ ਬਹੁਤ ਵਾਰੀ ਸੁਣਿਆ ਪੜ੍ਹਿਆ ਕਿ ਜਿਹਦੇ ਵਿੱਚ ਪਾਤਸ਼ਾਹ ਜੀ ਜ਼ਿਕਰ ਕਰਦੇ ਨੇ, ਗੁਰ ਸਿੱਖ ਮੀਤ ਚਲਹੋ ਗੁਰ ਚਾਲੀ, ਜੋ ਗੁਰ ਕਹੈ। ਜੇ ਇੰਨੀ ਪੰਗਤੀ ਦੇ ਅਸਰ ਆਪਾਂ ਕਰ ਜੀਏ ਨੇ, ਸ਼ਾਇਦ ਸਾਡੀ ਜ਼ਿੰਦਗੀ ਦਾ ਸਾਰਾ ਜਿਹੜਾ ਕਲਪਨਾ ਵਾਲਾ ਢਾਂਚਾ ਉਹ ਸਮਾਪਤ ਹੋ ਜਾਵੇਗਾ, ਮੁੱਕ ਜਾਵੇਗਾ। ਦੁੱਖਾਂ ਭਰੀ ਜ਼ਿੰਦਗੀ ਦੀ ਕਹਾਣੀ ਸਾਡੀ ਬੰਦ ਹੋ ਜਾਵੇਗੀ ਜੇ ਇੰਨੀ ਗੱਲ ਤੇ ਹੀ ਅਸੀਂ ਸਮਝ ਲਈਏ ਵੀ ਗੁਰੂ ਸਾਹਿਬ ਇੱਥੇ ਕਹਿਣਾ ਕੀ ਚਾਹੁੰਦੇ ਨੇ। ਜੋ ਗੁਰ ਕਹੈ, ਜੋ ਗੁਰੂ ਕਹਿੰਦਾ ਸੋਈ ਭਲ ਮਾਨੋ, ਉਸ ਨੂੰ ਸਤ ਕਰਕੇ ਭਲਾ ਕਰਕੇ ਜਾਣਨਾ, ਉਹਨੂੰ ਆਪਾਂ ਮੰਨ ਲੈਣਾ। ਇਹ ਗੱਲ ਨਹੀਂ ਵੀ ਅਣਗਹਿਲਿਆਂ ਕਰਨਾ। ਉਦਾਹਰਨ ਤੌਰ ਤੇ ਵੀ ਜੇ ਸਾਈਨ ਬੋਰਡ ਤੇ ਨਾ ਅੱਖਰ ਲਿਖੇ ਹੋਏ ਨੇ, ਪਿੰਡ, ਸ਼ਹਿਰ, ਚੌਂਕ, ਅੱਡਿਆਂ ਦਾ ਨਾਮ ਲਿਖਿਆ ਨਾ, ਸੌਖਾ, ਤੇ ਜੇ ਉਹਨਾਂ ਸਾਈਨ ਬੋਰਡਾਂ ਦੇ ਮੁਤਾਬਕ ਨਾ ਜਾਵਾਂਗੇ ਤਾਂ ਅਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਾਂਗੇ, ਰਸਤੇ ਦੇ ਵਿੱਚ ਭਟਕ ਜਾਵਾਂਗੇ। ਇਵੇਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵੀ ਜੇ ਗੁਰੂ ਦੀ ਮੰਨ ਲਈਏ, ਗੁਰੂ ਦੀ ਗੱਲ ਨੂੰ ਸੁਣ ਲਈਏ, ਜੀਵਨ ਵਿੱਚ ਕਾਫੀ ਸਾਡੇ ਬਦਲਾਅ ਆ ਜਾਵੇਗਾ। ਤੇ ਜੀਵਨ ਦੀ ਕਦਰ ਆ ਜਿਹੜੀ ਉਹ ਗੁਣਾ ਕਰਕੇ ਹੀ ਹੈ। ਜੇ ਅੰਦਰ ਗੁਣ ਨਹੀਂ ਹਨ ਤਾਂ ਕੋਈ ਕਦਰ ਨਹੀਂ ਹੈ। ਉਦਾਹਰਨ ਆਪਾਂ ਲੈ ਸਕਦੇ ਆਪਣੇ ਘਰ ਵਿੱਚੋਂ ਕਿਸੇ ਫਸਲ ਤੇ ਲਾ ਲਓ, ਪੌਦੇ ਤੇ, ਜਾਂ ਆਪਣੇ ਘਰ ਦੇ ਵਿੱਚ ਪਸ਼ੂਆਂ ਤੇ ਉਦਾਹਰਨ ਲਾ ਲਓ। ਕੋਈ ਮੰਨ ਲਓ ਵੀ ਮੱਝ ਗਾਂ ਦੁੱਧ ਨਹੀਂ ਦਿੰਦੀ, ਪਤਾ ਲੱਗ ਗਿਆ ਵੀ ਇਸੇ ਤਰ੍ਹਾਂ ਦਾ ਹੀ ਹੈ ਇਹ, ਉਹਨੂੰ ਬੰਦਾ ਸਾਲ 6 ਮਹੀਨੇ ਵਹਿੰਦਾ ਤੇ ਉਸ ਤੋਂ ਬਾਅਦ ਵੇਚ ਦਿੰਦਾ। ਵੀ ਕੀ ਕਰਾਉਣਾ? ਆਮ ਹੀ ਗੁਆਂਢੀ ਅੱਗੇ ਕਹਿੰਦੇ ਨੇ ਕਿ ਕੀ ਕਰਾਉਣਾ, ਖੁਰੜੇ ਵਢਾਈ ਜਾਂਦੇ ਹੋ। ਵੀ ਜੇ ਤੁਹਾਡੇ ਕੋਲ ਇਹਨੇ ਕੋਈ ਵਫਾ ਨਹੀਂ ਕੀਤਾ, ਇਹਨੇ ਕੋਈ ਤੁਹਾਨੂੰ ਲਾਭ ਨਹੀਂ ਦਿੱਤਾ, ਦੁੱਧ ਨਹੀਂ ਦਿੱਤਾ, ਕੋਈ ਮੁੱਲ ਨਹੀਂ, ਦੁੱਧ ਬਿਨਾਂ ਮੁੱਲ ਨਹੀਂ ਹੈ, ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਵੀ ਇਹਦੇ ਵਿੱਚੋਂ ਮੁਨਾਫੇ ਵਾਲੀ ਗੱਲ ਨਹੀਂ ਦਿਸਦੀ, ਤਾਂ ਕਰਨਾ ਕੀ ਆ? ਇਹਨੂੰ ਭਾਈ ਲੰਘਾ ਦਿਓ, ਇਹਦਾ ਰੱਸਾ ਲਾਹੋ। ਕੋਈ ਪੌਦਾ ਨਾ, ਬੂਟਾ ਕੋਈ ਫਲ ਫੁੱਲ ਸੁਗੰਧੀ ਨਹੀਂ ਦਿੰਦਾ, ਮਿੱਠੇ ਫਲ ਨਹੀਂ ਦਿੰਦਾ, ਪੱਟ ਦੋ ਪਰੇ।
मतलब किसी भी चीज़ ਵੱਲ ਆਪਾਂ ਤੱਕ ਕੇ ਵੇਖੀਏ, ਜੇ ਉਹਦੀ ਕਦਰ ਹੈ ਤਾਂ ਉਹਦੇ ਗੁਣਾ ਕਰਕੇ। ਆਪਣੀ ਵੀ ਗੁਰੂ ਦੀ ਨਿਗਾਹ ਵਿੱਚ ਜੇ ਕਦਰ ਪੈਣੀ ਹੈ ਤਾਂ ਸਾਡੀ ਜ਼ਿੰਦਗੀ ਦੇ ਅੰਦਰ ਗੁਣ ਹੋਣੇ ਅਤੀ ਜ਼ਰੂਰੀ ਨੇ। ਮਿੱਠਾ ਫਲ ਹੋਣਾ ਅਤੀ ਜ਼ਰੂਰੀ ਆ। ਫਿਰ ਪਾਤਸ਼ਾਹ ਜੀ ਕਹਿੰਦੇ ਉਹ ਫਲ ਕਿਹੜਾ ਹੈਗਾ? ਉਹ ਫਲ ਤੈਨੂੰ ਆਪਣੀ ਜ਼ਿੰਦਗੀ ਵਿੱਚ ਤੋੜਨ ਤੋਂ ਪਹਿਲਾਂ ਮਿਹਨਤ ਕਰਨੀ ਪਵੇਗੀ। ਸਭ ਤੋਂ ਪਹਿਲਾਂ ਸੱਤ ਬੀਜਣਾ ਪਵੇਗਾ। ਸੇਵਾ ਵਾਲਾ ਸੁਭਾਅ, ਦਾਨ ਦਸਵੰਧ ਕੱਢਣ ਵਾਲਾ ਸੁਭਾਅ। ਜਦੋਂ ਗੁਰੂ ਨੇ ਹੁਣ ਗੱਲ ਸੇਵਾ ਵਾਲੀ ਕੀਤੀ ਹੈ ਨਾ, ਗੱਲ ਦਾਨ ਦਸਵੰਧ ਵਾਲੀ ਕੀਤੀ ਆ, ਤਾਂ ਇਹ ਗੱਲ ਵੀ ਸਾਨੂੰ ਗੁਰੂ ਨੂੰ ਹੀ ਪੁੱਛਣੀ ਪਵੇਗੀ, ਕਿਉਂ ਗੁਰੂ ਸਾਨੂੰ ਦੱਸੇਗਾ। ਅਕਲੀ ਸਾਹਿਬ ਸੇਵੀ ਅਕਲੀ ਕੀਚੈ ਦਾਨ। ਪਾਤਸ਼ਾਹ ਜੀ ਕਹਿੰਦੇ ਅਕਲ ਦੇ ਨਾਲ ਸਾਹਿਬ ਨੂੰ ਸੇਵਣਾ ਹੈ ਤੇ ਅਕਲ ਦੇ ਨਾਲ ਹੀ ਤੂੰ ਆਪਣੇ ਵੱਲੋਂ ਦਸਵੰਧ ਕੱਢਣਾ ਹੈ, ਦਾਨ ਕਰਨਾ ਹੈ। ਦਾਨ ਮੀਨਜ਼ ਆਪਣੇ ਵੱਲੋਂ ਕੁਝ ਭੇਟਾ ਦੇਣੀ ਹੈ। ਕਿਹੜੀ? ਜਿਹੜੀ ਭੇਟਾ ਦੇਵੇਂ ਤੇ ਉਹਨੂੰ ਚਿਤਾਰੇ ਨਾ ਭੁੱਲ ਜਾਵੇਂ। ਹੁਣ ਇੱਥੇ ਪਾਤਸ਼ਾਹ ਜੀ ਕਹਿੰਦੇ ਸਤ ਸੰਤੋਖ। ਫਿਰ ਦੂਜਾ ਗੁਣ ਕਿਹੜਾ ਗਾ? ਸੰਤੋਖ, ਸਬਰ ਸਾਡੀ ਜ਼ਿੰਦਗੀ 'ਚ ਹੋਣਾ ਅਤੀ ਜ਼ਰੂਰੀ ਹੈ। ਮੈਂ ਮੰਨਦਾ ਵੀ ਗੁਰੂ ਕੀ ਪਾਵਨ ਬਾਣੀ ਦੀ ਜਿੱਥੋਂ ਤੱਕ ਸਮਝ ਆ ਵੀ ਜਿੰਨਾ ਟਾਈਮ ਮਨੁੱਖ ਦੀ ਜ਼ਿੰਦਗੀ 'ਚ ਸਬਰ ਨਹੀਂ ਆਉਂਦਾ, ਉਹਨਾਂ ਟਾਈਮ ਮਨੁੱਖ ਦੁੱਖਾਂ ਤੋਂ ਨਿਵਰਤੀ ਨਹੀਂ ਪਾ ਸਕਦਾ। ਉਦਾਹਰਨ ਤੌਰ ਤੇ ਬੰਦੇ ਨੂੰ ਮੰਨ ਲਓ ਵੀ ਪਹਿਨਣ ਦਾ ਸ਼ੌਂਕ ਆ, ਉਹਨੇ ਤਰ੍ਹਾਂ ਤਰ੍ਹਾਂ ਦੇ ਪਹਿਨਣੇ ਸ਼ੁਰੂ ਕਰ ਦਿੱਤੇ ਕੱਪੜੇ, ਪਰ ਹੱਦ ਕੋਈ ਨਹੀਂ ਹੈ। ਉਹ ਬੰਦਾ ਆਪਣੇ ਵੱਲੋਂ ਬਿਲਕੁਲ ਨੰਗ ਮਲੰਗ ਹੋ ਸਕਦਾ, ਪੈਸੇ ਖਰਚ ਕਰਕੇ ਬਿਲਕੁਲ ਮੰਗਣ ਵਾਲਾ ਬਣ ਸਕਦਾ ਹੈ। ਪਰ ਜੇ ਕਿਤੇ ਸਬਰ ਹੈ, ਗੱਲ ਖੜੂ ਉੱਥੇ ਜਾ ਕੇ। ਨਹੀਂ ਸਬਰ ਹੈ ਤਾਂ ਜ਼ਿੰਦਗੀ ਦੀ ਕਹਾਣੀ ਸਾਰੀ ਬੇਰਸੀ ਬਣ ਜਾਵੇਗੀ। ਖਾਣ ਪੀਣ ਦੇ ਸੰਬੰਧ ਵਿੱਚ ਵੇਖੀਏ, ਜੇ ਸਬਰ ਹੈ ਤਾਂ ਠੀਕ ਆ, ਤੇ ਨਹੀਂ ਚੇਤਾ ਰੱਖਿਓ ਵੀ ਮਨੁੱਖ ਇੰਨਾ ਕੁ ਖਾਂਦਾ, ਸਬਰ ਨਾ ਰੱਖਦਾ ਹੋਇਆ ਬਾਅਦ ਵਿੱਚ ਇਹ ਡਾਕਟਰਾਂ ਕੋਲ ਤੁਰਿਆ ਫਿਰਦਾ ਗਾ। ਕਿਸੇ ਵੀ ਪੱਖ ਤੇ ਆਪਾਂ ਉਦਾਹਰਨ ਲਾ ਸਕਦੇ ਆ। ਵੇਖਣਾਗਾ, ਵੇਖੀ ਚੱਲ, ਸਾਰੀ ਜ਼ਿੰਦਗੀ ਵੇਖੀ ਚੱਲ। ਪਾਤਸ਼ਾਹ ਨੇ ਤਾਂ ਉਦਾਹਰਨ ਵੀ ਦਿੱਤੇ, ਭਾਈ ਗੁਰਦਾਸ ਨੇ, ਅੱਖੀਆਂ ਵੇਖ ਨਾ ਰੱਜੀਆਂ ਬੋ ਰੰਗ ਤਮਾਸੇ। ਇਹ ਰੱਜਦੀਆਂ ਹੀ ਨਹੀਂ, ਜਿੰਨਾ ਮਰਜੀ ਇਹਨਾਂ ਨੂੰ ਵਿਖਾਈ ਚੱਲ ਫਿਲਮਾਂ, ਦੁਨੀਆ ਦੇ ਰੰਗ ਤਮਾਸੇ ਜੋ ਮਰਜੀ ਇਹਨਾਂ ਨੂੰ ਵਿਖਾਈ ਚੱਲ, ਇਹ ਕਦੇ ਵੀ ਜਵਾਬ ਨਹੀਂ ਦਿੰਦੇ। ਗੱਲ ਕਿੱਥੇ ਖੜਨੀ ਆ? ਸਬਰ ਤੇ, ਬਸ ਸੰਤੋਖ ਤੇ। ਜਦੋਂ ਜੀਵਨ ਵਿੱਚ ਸੰਤੋਖ ਆ ਵੜਿਆ। ਹੁਣ ਦੂਸਰਾ ਗੁਣ ਪਾਤਸ਼ਾਹ ਜੀ ਕਹਿੰਦੇ ਕਿਹੜਾ ਬੀਜਣਾ? ਸੰਤੋਖ ਵਾਲਾ। ਸਤ ਸੰਤੋਖ। ਫਿਰ ਪਾਤਸ਼ਾਹ ਜ਼ਿਕਰ ਕਰਦੇ ਨੇ, ਕਹਿੰਦੇ ਜਦੋਂ ਸਤ ਤੇ ਸੰਤੋਖ ਦਾ ਗੁਣ ਬੀਜਿਆ ਗਿਆ ਨਾ, ਫਿਰ ਕਰ ਤੋਂ ਭਾਵ ਆਪਣੇ ਅੰਦਰ ਪੈਦਾ ਕਰ। ਭਾਉ ਮੀਨਜ਼ ਪਿਆਰ। ਤੀਜਾ ਗੁਣ ਪਾਤਸ਼ਾਹ ਜੀ ਕਹਿੰਦੇ ਫਿਰ ਆਪਣੇ ਅੰਦਰ ਪਿਆਰ ਪੈਦਾ ਕਰ। ਤੇਰੇ ਅੰਦਰ ਮੋਹ ਨਹੀਂ ਪੈਦਾ ਹੋਣਾ ਚਾਹੀਦਾ, ਪਿਆਰ ਪੈਦਾ ਹੋਣਾ ਚਾਹੀਦਾ। ਕਿਉਂਕਿ ਮੋਹ ਦੀ ਤੇ ਪਿਆਰ ਦੀ ਜਿਹੜੀ ਕੁਆਲਿਟੀ ਆ ਉਹ ਅਲੱਗ-ਅਲੱਗ ਆ। ਪਿਆਰ ਦੀ ਗੱਲ ਤਾਂ ਗੁਰਬਾਣੀ ਵਿੱਚ ਸਾਨੂੰ ਥਾਂ-ਥਾਂ ਤੇ ਪਾਤਸ਼ਾਹ ਨੇ ਸਮਝਾਈ ਆ ਨਾ, ਤੇ ਜਿਹੜੀ ਮੋਹ ਦੀ ਗੱਲ ਆ ਉਹ ਸਾਡੇ ਵਿਕਾਰਾਂ ਵਿੱਚ ਆਉਂਦੀ ਆ। ਜਿਹੜੇ ਵਿਕਾਰ ਆ ਨਾ, ਜ਼ਿੰਦਗੀ ਦੀਆਂ ਬਿਮਾਰੀਆਂ ਨੇ, ਉਹ ਬਿਮਾਰੀਆਂ ਦੇ ਵਿੱਚ ਇੱਕ ਬਿਮਾਰੀ ਮੋਹ ਦੀ ਵੀ ਹੈ। ਤੇ ਪਿਆਰ ਆ ਜਿਹੜਾ, ਉਹਦੀ ਬਿਮਾਰੀ ਨਹੀਂ ਹੈ। ਉਹ ਗੁਰੂ ਸਾਹਿਬ ਕਹਿੰਦੇ ਨੇ ਤੇਰੇ ਅੰਦਰ ਹੋਣਾ ਜ਼ਰੂਰੀ ਹੈ। ਮਨੁੱਖਤਾ ਦੇ ਪਰਥਾਏ, ਹਰ ਇੱਕ ਜੀਵ ਦੇ ਪਰਥਾਏ, ਆਪਣੇ ਪਰਿਵਾਰ ਦੇ ਪਰਥਾਏ ਪਿਆਰ ਹੋਣਾ ਅਤੀ ਜ਼ਰੂਰੀ ਆ। ਪਿਆਰ ਤੋਂ ਬਿਨਾ ਤਾਂ ਉਹ ਮਾਲਕ ਪਰਮੇਸ਼ਰ ਪਰਮਾਤਮਾ ਨੂੰ ਮਿਲਿਆ ਨਹੀਂ ਜਾ ਸਕਦਾ। ਉਹਨੂੰ ਪਹਿਲਾਂ ਸਭ ਤੋਂ ਪਿਆਰ ਕਰਨਾ ਪਵੇਗਾ। ਪਿਆਰ ਤਦ ਕਰਨਾ ਪਵੇਗਾ ਜਦੋਂ ਆਪਾਂ ਉਹਨੂੰ ਜਾਣਗੇ। ਉਦਾਹਰਨ ਸੌਖੀ ਲੈ ਲਓ, ਪਿਆਰ ਨਾ ਕਰਨ ਤੋਂ ਬਿਨਾ ਤਾਂ ਆਪਣੇ ਬੱਚੇ ਨਹੀਂ ਪਲਣਗੇ। ਬੱਚਿਆਂ ਨੂੰ, ਪੋਤੇ ਪੋਤੀਆਂ ਨੂੰ, ਪੁੱਤਰਾਂ ਧੀਆਂ ਨੂੰ ਪਿਆਰ ਤਾਂ ਕਰਨਾ ਹੀ ਪਵੇਗਾ ਨਾ। ਪਿਆਰ ਤੋਂ ਬਿਨਾ ਉਹ ਪਲਣਗੇ ਨਹੀਂ। ਜਦੋਂ ਪਿਆਰ ਖਤਮ ਹੋ ਗਿਆ ਨਾ, ਉਸ ਦਿਨ ਤੋਂ ਸਾਡਾ ਉਹਨਾਂ ਦੇ ਨਾਲੋਂ ਰਿਸ਼ਤਾ ਟੁੱਟ ਜਾਵੇਗਾ। ਉਹ ਬੱਚੇ ਕਹਿਣਗੇ ਅਸੀਂ ਤੇਥੋਂ ਕੀ ਲੈਣਾ, ਮਾਤਾ ਪਿਤਾ ਕਹਿਣਗੇ ਅਸੀਂ ਤੁਹਾਡੇ ਤੋਂ ਕੀ ਲੈਣਾ।
जे प्यार दी कहानी आ तां सोचो फिर बंदा उन्हां नूं पालदा, उन्हां नूं बहुत वड्डे पੱਧਰ ते ले के जांदा। प्यार दे सदका ही एक बच्चे ते अज दे समय मुताबक उदाहरण ले लो भी एक बच्चे ते माँ प्यो जे आपां नर्सरी तो लैके किसी डिग्री तक दी गल करिए ना, ਲੱਖਾਂ रुपया एक दिहाड़ीदार परिवार उत्तों दी वार दिंदा। एक नर्सरी क्लास तो लैके डिग्री तक की गल करिए, पढ़ाई की कंपलीटता की गल करिए ना, ਲੱਖਾਂ ही रुपया जे प्यार आ फिर ही है ना। पर गुरु पातशाह जी कहते पर प्यार जो मोह विच बदल जाता ना, ये उदों नुकसान करदा गा। हुण अपने बच्चे परथाए प्यार है, दूजियां परथाए की है, उन्हां परथाए प्यार नहीं है। पर गुरु ने सब नूं प्यार करन दे लई कहा गा, खालक खलक खलक मैं खालक रब रहया सर्ब थां। तो परमात्मा हर थां ते है, वो वाहिगुरू जी नूं प्यार करना तां पूरी मनुखता नूं ही प्यार करना पवेगा। फिर दशमेश पिता ला लो, धन गुरु नानक साहब महाराज ला लो, जिन्हां दे जीवन दे विचों आपां कुछ सिੱਖਣਾ, उन्हां ने मनुखता नूं प्यार कीता, हर एक नूं, नफरत नहीं। हाँ जिथे गल आई भी इनू मिलना नहीं है, इहदे नाल मिल के जीवन दी दुनिया दे सुभाअ दी जिहड़ी बदला जावेगा ना, बेकार हो जाएगा। उत्थे ही जिक्र किया भी इन्होंने मिलण साकत संग ना कीजिए, दूरों जाइए भाग, उत्थे जिक्र कर दिता भी नहीं मिलना। हाँ हर एक नूं प्यार किया, कि कौडा राखश, कि भूमिया चोर, कि नूरशाह जादूगरनी, कि अजामल वर्गे जो भी ने सब नूं दाने पुरख मिले, प्यार सदके मिले, उन्हां ते तरस कीता। चलो पातशाह जी ने इत्थे सानू फिर एक गुण दसे ने भी अपने जीवन विच सत पैदा कर, अपने जीवन विच संतोख पैदा कर, अपने जीवन दे विच भाव पैदा कर, प्यार पैदा होवे। फिर की आ कुड़म कुड़माई आया बलराम जीओ। हुण कुड़म तो भाव की है, एक तां साडी रिश्तेदारी दे मुताबक लड़की दा ते लड़के दा बाप है, उन्हां दी आपस विच कुड़माचारी दी रिश्तेदारी है। इत्थे पातशाह जी कहते ने जो जीव इस्त्री दे मिलाण विच, वो परमात्मा नूं मिलाउण दे विच साडी मदद करे, वो की है, साडा कुड़म है। कुड़म कुड़माई आया बल राम जीओ। मैं तो सदके जांदा हाँ, बलहार जांदा हाँ, बल राम, मैं अपने राम तो सदा ही बलहार जांदा हाँ। कुड़म कुड़माई आया मतलब गुरु ने ये शब्द गुरु ने ना सानू कुड़म दे रूप च साडी जीवात्मा नूं वो प्रभु परमात्मा दे नाल मिला दिता। कुड़म कुड़माया आया बलराम जीओ, संत जना कर मेल। फिर गुरु साहब जी कहते ना सानू गुरु रूपी कुड़म ने वो परमात्मा दे नाल जोड़ दिता, मिला दिता। हुण मैं संत जना दे नाल मिल के, रब दे प्यारिਆਂ नाल मिल के वो वाहिगुरू परमात्मा दे गुण गाउणे आरंभ कर दिते। इत्थे जिक्र कीता अगली पंक्ति विच, संत जना कर मेल। मैं रब दे प्यारिਆਂ नाल मिलनी कर ली, उन्हां नाल मैं मिल पिया, उन्हां नाल मेरी जान पछाण हो गई। हुण रिश्तेदारी पहलो पहल आ ना, जे पहला पड़ा पहला स्टैप आगा, जिथे एक कुड़माचारी दे रूप विच दो परिवारां दे मिलाप हुंदे ने। उधर भी दस्सिया जांदा, इधर भी दस्सिया जांदा, ये लड़की दा चाचा, ये ताया, ये मामा, ये फुफड़, इदां दस्सिया जांदा। उधर दस्सिया जांदा लड़के वाले वालों। फिर आपस विच उन्हां दी मिलनी। चलो वाहिगुरू भला करे, चाहो वो मिलनी साडे जीवन विच गुरमत दे आधार ते कोई बहुता वड्डा रोल नहीं निभाउंदी है, पर उहदे विचों सिੱਖਿਆ ले के पातशाह कहंदे आपां गुरु कोले पहुंचना। सिੱਖਿਆ उत्थों ले लो, पर आउणा गुरु कोले आ।
ਉੱਥੋਂ ਆਪਾਂ ਆਪਣੀ ਜ਼ਿੰਦਗੀ ਨੂੰ ਸੰਭਾਲਣ ਵਾਸਤੇ ਇੱਕ ਨਮੂਨਾ ਬਣਾਉਣਾ ਵੀ ਹਾਂ ਉੱਥੇ ਮਿਲਣੀ ਹੁੰਦੀ ਆ। ਉਹ ਮਿਲਣੀ 'ਚ ਇੱਕ ਦੂਜੇ ਨਾਲ ਮੇਲ ਮਿਲਾਪ ਕੀਤਾ ਜਾਂਦਾ, ਜਾਣ ਪਛਾਣ ਕੀਤੀ ਜਾਂਦੀ ਹੈ। ਜਾਣ ਪਛਾਣ ਹੋ ਗਈ ਤੇ ਉਸ ਤੋਂ ਬਾਅਦ ਆਪਸ ਵਿੱਚ ਪਿਆਰ ਵੀ ਬਣ ਜਾਂਦਾ। ਥੋੜਾ ਥੋੜਾ ਇੱਕ ਦੂਜੇ ਨੂੰ ਮਾਣ ਹੋ ਜਾਂਦਾ ਵੀ ਇਹਦੇ ਨਾਲ ਮੇਰੀ ਨਵੀਂ ਰਿਸ਼ਤੇਦਾਰੀ ਬਣ ਗਈ, ਪਿਆਰ ਬਣ ਗਿਆ ਨਾ। ਹੁਣ ਇੱਥੇ ਪਾਤਸ਼ਾਹ ਜੀ ਕਹਿੰਦੇ ਫਿਰ ਨਾ ਮੈਂ ਆਪਣੇ ਪਿਆਰੇ ਮਿੱਤਰਾਂ ਨੂੰ ਮਿਲ ਪਿਆ ਭਾਈ, ਸੰਤ ਜਨਾ ਹਰ ਮੇਲ, ਮੈਂ ਰੱਬ ਦੇ ਪਿਆਰਿਆਂ ਨੂੰ ਮਿਲ ਪਿਆ, ਮੇਰੀ ਮਿਲਣੀ ਸ਼ੁਰੂ ਹੋ ਗਈ। ਉਹਨਾਂ ਨਾਲ ਮਿਲ ਕੇ ਕੀਤਾ ਕੀ ਹੈਗਾ, ਗੁਰਬਾਣੀ ਗਵਾਇਆ ਬਲਰਾਮ ਜੀ। ਕਿਉਂਕਿ ਉਧਰ ਦੋ ਪਰਿਵਾਰਾਂ ਦਾ ਮੇਲ ਹੋਇਆ, ਕੁਝ ਹੋਰ ਤਰ੍ਹਾਂ ਦੇ ਗਾਣ ਬਜਾਣ ਚੱਲ ਪਏ, ਪਰ ਇੱਧਰ ਜਦੋਂ ਰੱਬ ਦੇ ਪਿਆਰਿਆਂ ਨਾਲ ਮੇਲ ਹੋਇਆ ਤੇ ਮੇਰੇ ਅੰਦਰ ਗੁਰਬਾਣੀ ਚੱਲ ਪਈ। ਗੁਰਬਾਣੀ ਗਵਾਇਆ ਬਲਰਾਮ। ਚਲੋ ਹੁਣ ਆਪਾਂ ਥੋੜਾ ਜਿਹਾ ਨਕਸ਼ਾ ਬਣਾਈਏ ਵੀ ਦੇਖੀਏ ਵੀ ਉਹ ਕਿਹੜੇ ਨੇ ਜਿਹੜੇ ਸਾਨੂੰ ਸਤ ਸੰਗੀ ਰੱਬ ਜੀ ਨਾਲ ਮਿਲਾਉਣ ਦਾ ਕੰਮ ਕਰਦੇ ਨੇ, ਜਿਨ੍ਹਾਂ ਨਾਲ ਮਿਲ ਕੇ ਅਸੀਂ ਉਸ ਪਰਮਾਤਮਾ ਦੇ ਗੁਣ ਗਾ ਸਕਦੇ ਹਾਂ। ਉਹ ਕੌਣ ਨੇ? ਨੰਬਰ 1 ਤੇ ਆਪਾਂ ਬਹੁਤ ਵਾਰੀ ਇਸ ਗੱਲ ਤੇ ਵਿਚਾਰ ਕੀਤੀ ਆ, ਸਰੀਰਕ ਤਲ ਤੇ ਸਾਡੇ ਕਾਫੀ ਮਿੱਤਰ ਨੇਗੇ ਜਿਹੜੇ ਸਾਨੂੰ ਉਹ ਵਾਹਿਗੁਰੂ ਮਾਲਕ ਪਰਮੇਸ਼ਰ ਪਰਮਾਤਮਾ ਨਾਲ ਮਿਲਾ ਦਿੰਦੇ ਨੇ। ਤੇ ਅਗਲੀ ਗੱਲ ਜਿਹੜੀ ਖਾਸ ਗੱਲ ਆ ਉਹ ਆ ਸਾਡੇ ਅੰਦਰ ਦੇ ਗੁਣ। ਅੰਦਰ ਦੇ ਗੁਣਾਂ ਨੂੰ ਪਿਆਰ ਕਰਕੇ, ਅੰਦਰ ਦੇ ਗੁਣਾਂ ਨੂੰ ਪਿਆਰ ਕਰਕੇ ਮੈਂ ਰੱਬ ਦੇ ਗੁਣਾਂ ਨਾਲ ਮਿਲਾ ਸਕਦਾ ਹਾਂ। ਸਤ, ਸੰਤੋਖ, ਸਬਰ ਆ ਗਿਆ ਨਾ, ਸੰਜਮ, ਦਇਆ, ਧਰਮ, ਇਹ ਸਭ ਕੁਝ ਮੇਰੇ ਅੰਦਰ ਦੇ ਮੇਰੇ ਮਿੱਤਰ ਨੇ। ਇਹਨਾਂ ਨਾਲ ਮਿੱਤਰਤਾ ਪਾ ਕੇ ਹੁਣ ਮੈਂ ਗੁਰਬਾਣੀ ਗਾਉਣ ਲੱਗ ਗਿਆ। ਹੁਣ ਮੈਂ ਉਸ ਮਾਲਕ ਪਰਮੇਸ਼ਰ ਪਰਮਾਤਮਾ ਦੇ ਗੀਤ ਗਾਉਣੇ ਆਰੰਭ ਕਰ ਦਿੱਤੇ। ਹੁਣ ਚੇਤਾ ਰੱਖਿਓ, ਵਾਹਿਗੁਰੂ ਭਲਾ ਕਰੇ, ਥੋੜਾ ਜਿਹਾ ਆਪਾਂ ਸਾਰੇ ਜਣੇ ਨਾ ਸਿਆਣੇ ਸੂਝਵਾਨ ਬੈਠੇ ਆ। ਇੱਕ ਉਦਾਹਰਨ ਲੈ ਲਵੋ ਵੀ ਕਦੇ ਕੋਈ ਅਜਿਹਾ ਵਿਅਕਤੀ ਆਪਾਂ ਨੂੰ ਕਦੇ ਮਿਲਿਆ ਹੋਵੇ, ਕਿਹੋ ਜਿਹਾ? ਕੋਈ ਬਾਹਰੀ ਤੌਰ ਤੇ ਪਖੰਡ ਕਰੇ ਉਹ ਵੱਖਰੀ ਗੱਲ ਆ, ਆਪਾਂ ਪਹਿਲਾਂ ਉਹ ਗੱਲ ਸਾਈਡ ਤੇ ਰੱਖ ਲਓ ਵੀ ਜੇ ਕੋਈ ਪਖੰਡ ਕਰੇ ਉਹ ਵੱਖਰੀ ਗੱਲ ਆ। ਨਹੀਂ, ਮੰਨ ਲਓ ਵੀ ਅਸੀਂ ਨਾ ਇੱਕ ਉਸ ਥਾਂ ਤੇ ਆ ਜਿਸ ਥਾਂ ਤੇ ਸਾਡੇ ਸਾਹਮਣੇ ਨਾਚ ਹੋ ਰਿਹਾ ਗੰਦਾ, ਕਾਮ ਵਿਰਤੀ ਨੂੰ ਉਤਸ਼ਾਹਿਤ ਕਰਨ ਵਾਸਤੇ ਅੱਜ ਦੇ ਸਮੇਂ ਮੁਤਾਬਕ ਨਸ਼ਾ ਵੀ ਚੱਲ ਰਿਹਾ ਤੇ ਉੱਥੇ ਸਮਾਂ ਪਾ ਕੇ ਲੜਾਈ ਵੀ ਹੁੰਦੀ ਹੈ, ਕ੍ਰੋਧ ਵੀ ਆ ਗਿਆ। ਉੱਥੇ ਜਿਸਮਾਂ ਦੇ ਭੁੱਖੇ ਮੋਹ ਦੀ ਹਵਸ ਵਿੱਚ ਵੀ ਚਲੇ ਜਾਂਦੇ ਨੇ। ਉੱਥੇ ਲੋਭ ਤੇ ਲਾਲਚ ਵੀ ਆਵੜੇ, ਉਹ ਵੀ ਇਕੱਠੇ ਹੋਏ ਫਿਰਦੇ ਨੇ। ਉੱਥੇ ਲੋਭੀ ਵਿਰਤੀ ਵੀ ਫਿਰਦੀ ਹੈਗੀ, ਅਗਲਿਆਂ ਦੀ ਮੂਹਰਿਆਂ ਦੀ ਲੋਭੀ ਵਿਰਤੀ ਆ ਵੀ ਮੈਂ ਕਿਹੜਾ ਡਾਂਸ ਕਰਾਂ, ਕਿਹੜੇ ਗਾਣੇ ਗਾਵਾਂ, ਕੀ ਕਹਾਂ। ਫਿਰ ਉਹ ਸਾਡੇ ਰਿਸ਼ਤੇਦਾਰਾਂ ਦੇ ਨਾਮ ਵੀ ਲੈਂਦੇ ਆ ਨਾ, ਵੀ ਜਿਹੜੇ ਕਰਕੇ ਮੇਰੀ ਗੱਲ ਨੂੰ ਸੁਣ ਕੇ, ਮੇਰੀ ਹਰਕਤਾਂ ਨੂੰ ਵੇਖ ਕੇ ਬੰਦਾ ਆਪਣੀ ਜੇਬ ਚੋਂ ਰੁਪਈਏ ਕੱਢੇ। ਨੰਬਰ 2 ਪਿੱਛੇ ਚੱਲ ਵੜੋ ਹੁਣ ਆਪਾਂ। ਫਿਰ ਜਿਹੜੇ ਬੰਦੇ ਨੇ ਉੱਥੇ ਰੁਪਈਏ ਵਗਾਏ ਉਹ ਵੀ ਕਿਸੇ ਲਾਲਚ ਦੇ ਵਿੱਚ, ਲੋਭ ਦੇ ਵਿੱਚ ਹੋਵੇਗਾ। ਕਦੋਂ? ਥੋੜਾ ਜਿਹਾ ਪਿੱਛੇ ਜਾ ਕੇ ਵੀ ਉਹਨੇ ਉਹ ਜਿਹਾ ਕੰਮ ਕੀਤਾ, ਉਹ ਰੁਪਈਏ ਜਿੱਥੋਂ ਮੁੱਕੇ ਆ ਖਾਲੀ ਥਾਂ ਭਰਨ ਵਾਸਤੇ ਕੋਈ ਗਲਤ ਕੰਮ ਕੀਤਾ। ਮਤਲਬ ਕਹਿਣ ਤੋਂ ਭਾਵ ਉਸ ਥਾਂ ਤੇ ਕਾਮ, ਕ੍ਰੋਧ, ਲੋਭ, ਮੋਹ ਵੀ ਆ ਗਿਆ। ਪਿਆਰ ਦੀ ਗੱਲ ਤਾਂ ਅਲੱਗ ਹੈ ਨਾ, ਉੱਥੇ ਮੋਹ ਜਿਸਮਾਂ ਦੀ ਭੁੱਖ, ਮੋਹ ਵੀ ਆ ਗਿਆ ਤੇ ਫਿਰ ਹੰਕਾਰ ਵੀ ਆ ਗਿਆ ਵੀ ਸਟੇਜ ਤੇ ਕੇਵਲ ਮੈਂ ਹੀ ਨੱਚੂਗਾ, ਕੋਈ ਹੋਰ ਨਹੀਂ ਨੱਚ ਸਕਦਾ। ਇਹਦੇ ਵਿੱਚ ਆਹ ਖਾੜੇ ਵਿੱਚ ਨਾ ਮੇਰੀ ਹੀ ਚੱਲੂ, ਕਿਸੇ ਹੋਰ ਦੀ ਨਹੀਂ ਚੱਲਦੀ। ਸੂਖਮ ਮਾਤਰਾ ਦੇ ਵਿੱਚ ਹੰਕਾਰ ਆਇਆ, ਉਹ ਬਹੁਤ ਵੱਡਾ ਹੋ ਗਿਆ, ਮੋਟਾ ਹੋ ਗਿਆ। ਅੱਛਾ, ਇਹ ਅਵਸਥਾ ਬਣ ਗਈ। ਆਪਾਂ ਇਹ ਨਕਸ਼ਾ ਬਣਾ ਲਿਆ, ਫੋਟੋ ਬਣਾ ਲਈ ਆਪਾਂ। ਇਹ ਉੱਥੇ ਕੋਈ ਟੱਕਰਿਆ ਸਾਨੂੰ ਅਜਿਹਾ ਵਿਅਕਤੀ ਜਿਹੜਾ ਪਰਮਾਤਮਾ ਦੇ ਗੁਣ ਗਾਵੇ। ਵੀ ਆਪਾਂ ਨੂੰ ਤਾਂ ਜਿੰਨੀ ਕੁ ਉਮਰ ਆ ਨਾ, ਉਮਰ ਦੇ ਹਿਸਾਬ ਨਾਲ ਆਪਾਂ ਨੂੰ ਤਾਂ ਨਹੀਂ ਕੋਈ ਟੱਕਰਿਆ। ਜੇ ਤੁਹਾਨੂੰ ਕੋਈ ਮਿਲਿਆ ਹੋਵੇ ਤਾਂ ਜ਼ਰੂਰ ਦੱਸਿਓ।
समझ गए ना भी जिहड़ी गल आपां कहनी चाहुंदे हांगे भी गुरु साहब जी कहंदे जिहड़े रब दे गुण गाए जांदे आ ना, परमात्मा नूं जिथे याद कीता जांदा उत्थे सत संतोख दया संजम धर्म शुभ गुण ये साडे रब्बी प्यारे ने, इन्हां नाल मिल के ही परमात्मा दे गुण गाए जांदे ने। पर काम क्रोध लोभ मोह हंकार नाल मिल के कदे रब दे गुण नहीं गाए जांदे। पता नहीं किन्नी को किसी दी बिरती उच्ची होवेगी ਜਿਹੜਾ ਇਸ ਥਾਂ ਤੇ ਖੜ ਕੇ ਰਹਿ ਕੇ ਰੱਬ ਨੂੰ ਯਾਦ ਕਰੇ। ਵੈਸੇ ਉਸ ਥਾਂ ਤੇ ਰੱਬ ਯਾਦ ਕਰਨਾ ਮੁਸ਼ਕਿਲ ਆ, ਹਾਂ ਇਦਾਂ ਰੱਬ ਯਾਦ ਹੋ ਸਕਦਾ ਗਾ। ਇੱਕ ਉਹ ਲੋਕ ਨੇ ਜਿਹੜੇ ਇਹ ਕੁਛ ਕਰ ਰਹੇ ਨੇ, ਇੱਕ ਉਹ ਵਿਅਕਤੀ ਹੈ ਜਿਹੜਾ ਉਹਨਾਂ ਨੂੰ ਦੇਖ ਕੇ ਕਹੇ ਵਾਹ ਰੱਬਾ, ਜਿਹੜਾ ਹੱਥ ਬੰਨੇ ਵੀ ਆਹ ਦੁਨੀਆ ਵੀ ਵੇਖਣ ਵਾਂਗੂ ਮੇਰੀ ਰਹਿੰਦੀ ਸੀ। ਉਹ ਇੱਕ ਅਲੱਗ ਵਿਸ਼ਾ, ਉਹ ਸਾਈਡ ਤੇ ਖੜਾ ਬੰਦਾ, ਉਹਦੇ ਅੰਦਰ ਤਾਂ ਸਤ ਸੰਤੋਖ ਦਇਆ ਧਰਮੀ ਆ ਸੰਜਮ ਆ, ਉਹਦੇ ਅੰਦਰ ਤਾਂ ਕੁਝ ਸ਼ੁਭ ਗੁਣ ਨੇ, ਪਰ ਜਿਨ੍ਹਾਂ ਅੰਦਰ ਆਹ ਔਗਣ ਨੇ ਉਹ ਵਿਅਕਤੀ ਉਹ ਲੋਕ ਕਦੇ ਵੀ ਰੱਬ ਦਾ ਨਾਮ ਨਹੀਂ ਲੈ ਸਕਣਗੇ। ਦੁਨੀਆ ਦੀ ਰੀਤ ਕੀ ਆ? ਹੋਰ ਦੇਖੋ, ਕਿਸੇ ਨੇ ਸ਼ਰਾਬ ਪੀ ਕੇ ਮਾਲਾ ਚੱਕੀ ਆ, ਉਦਾਹਰਨ ਹੈ ਇੱਕ ਸਮਝਣ ਵਾਸਤੇ ਵੀ ਸ਼ਰਾਬ ਵੀ ਪੀ ਲਈ ਤੇ ਆਪਣੇ ਬੱਚਿਆਂ ਨੂੰ ਕਹੇ ਜਾਂ ਆਪ ਚੱਕ ਕੇ ਲਿਆਵੇ, ਲਿਓ ਮੈਨੂੰ ਮਾਲਾ ਫੜਾਓ, ਹੁਣ ਮੈਂ 2 ਘੰਟੇ ਬੈਠ ਕੇ ਨਾ ਵਾਹਿਗੁਰੂ ਦਾ ਸਿਮਰਨ ਕਰੂੰਗਾ, ਰੱਬ ਨੂੰ ਯਾਦ ਕਰੂੰਗਾ। ਸ਼ਰਾਬ ਪੀ ਲਈ, ਲੈ ਮੈਂ ਹੁਣ ਨਾ ਪਿੰਡ 'ਚ ਗੇੜਾ ਕੱਢਿਆ ਮਾਂ, ਜਿਹਦੀਆਂ ਕੋਈ ਵੀ ਕਿਸੇ ਤਰ੍ਹਾਂ ਦੀਆਂ ਲੋੜਾਂ ਨੇ ਮੈਂ ਉਹ ਲੋੜਾਂ ਪੂਰੀਆਂ ਕਰਿਆ, ਮੈਂ ਆਪਣੇ ਵੱਲੋਂ ਸੇਵਾ ਕਰਿਆ, ਮੈਂ ਮੰਦਰ ਮਸਜਿਦ ਗੁਰਦੁਆਰੇ ਕਿਸੇ ਲੋੜਵੰਦ ਕੋਲ ਜਾ ਕੇ ਸੇਵਾ ਕਰਿਆ ਮੈਂ। ਨਹੀਂ, मतलब उस अवस्था दे विच नशई अवस्था, काम क्रोध लोभ मोह हंकार वाली अवस्था दे विच जाके बंदा कदे भी रब दा मिलाप नहीं कर सकता। उत्थे जाके बंदा कदे भी रब नूं चेते नहीं कर सकता। रब नूं चेते करन दा तरीका मन लो, शुभ गुण अंदर जरूर वेखणे पैणगे, जिन्हां दा जिक्र इत्थे पातशाह ने कीता गा। भाव की कहागा, बाणी गुरबाणी परमगत पाई, पंच मिले सुहाया। पंज चले गए, पंज मिल पे, पंज तो वागे ना, पंज आ गए। विषय विकार चले गए, सत संतोख दया धर्म वो आवड़े, वो आ गए ना। हुण इन्हां पंजां नूं मैं सत संगत का रूप बना लिया। हुण इन्हां नाल मिल के मैं वाहिगुरू परमात्मा दे गुण गाउणे आरंभ कर दिते। फिर पातशाह ने कहा, संत जना कर मेल, मैं अपने अंदर दे शुभ गुणां नाल मेल कीता। फिर गुरबाणी गवाया बलराम जीओ, हुण मैं गुरबाणी गाउणी, भाव गुरु दे गुण गाउणे शुरू करते। गुरबाणी की आ? गुरु दे गुण, परमात्मा दे गुण, कुदरत दे गुण, मनुखता दे नाल सांझीवालता कायम करन दे गुण, गुरबाणी आ चीज़ आ। हुण पातशाह जी कहंदे इत्थे आके आह अवस्था दे विच आके भाई तू परमेश्वर परमात्मा नूं चेते कर सकदा है। ये अवस्था बनाउणी साडे लई जरूरी है। वो पहलां भी उदाहरण लेती सी ना, जे किसी रुख नूं फल नहीं लग्या अक्सर उहनूं पट्टिया जांदा। मੱਝ गां दुध नहीं दिंदीगी ते अक्सर उहनूं किले तो हटाया जांदा, उहनूं रखिया नहीं जांदा, वाधू उहदी भाव सेवा कीती जांदीगी। जिहदे कोलों कुछ मिलदा ना उसे चीज़ नूं तरजीह दित्ती जांदी आ। मम्मी है डैडी है ना, मम्मी कोलों बच्चे नूं प्यार मिलदा तो मम्मी दा हित करदा, डैडी कोलों प्यार मिलदा तो डैडी दा हित करदा। जिहदे कोलों झिड़कां मिलदियां ना उहदे कोल नहीं बच्चा जांदा गा। इवें जिवें गुरु पातशाह कहंदे जदों साडी जिंदगी दे विच गुण आ गए ना, साडा जीवन रस भरिया बन जाएगा। फिर सानू हर कोई प्यार करेगा, असीं हर किसी नूं प्यार करांगे। फिर साडी जिंदगी सिमल रुख वर्गी नहीं, एक फल देण वाले रुख वर्गी बन जाएगी। वो कोई भी बूटा ला लो। इस करके पातशाह ने कहता भी सत संत जना कर मेल, गुरबाणी गवाया बलराम जीओ। अगला स्टैप की है, हुण गुरबाणी गाउणी शुरू करती। फिर किया बाणी गुर गाई परमगत पाई। गुरबाणी फिर लिखिया गुर गाई, मैं गुरु दी बाणी नूं गाया। मिलिया की रुपये ना, चलो जे कोई सुनाउंदा उहदी मेहनत देनी वो एक अलग विशा। किसी ने साडे लई 5 दिन 7 दिन कढ़े आ ना, वो एक अलग विशा। उहदी मेहनत देनी, उहदी भाव लोड़ वेखणी, वो ते टिक्का टिप्पणी करनी साडे लई गलत आ। इस गल नूं जरूर खास ध्यान च रखिया करो।
ਦਿਨੇ ਵਿਆਹਾਂ ਦੇ ਆਪਾਂ ਵਿਆਹ ਦੀ ਹੁਣੀ ਛੋਟੀ ਜਿਹੀ ਉਦਾਹਰਨ ਲਈ ਵੈਸੇ ਬਸ ਖੁੱਲ ਕੇ ਨਹੀਂ ਜ਼ਿਕਰ ਕੀਤਾ, ਉਹਦਾ ਉਦਾਹਰਨ ਲੈਤੀ ਹੈ ਵੀ ਉੱਥੇ ਕਿੰਨੇ ਰੁਪਈਏ ਬਰਬਾਦ ਹੁੰਦੇ ਨੇ। ਸੋਚ ਕੇ ਦੇਖੋ ਕਦੇ ਸ਼ਰਾਬਾਂ 'ਚ ਕਿੰਨੇ ਰੁਪਈਏ ਬਰਬਾਦ, ਉੱਥੇ ਕਿਉਂ ਨਹੀਂ ਕਿਰਸ ਕਰਦੇ ਆਪਾਂ, ਹਨਾ। ਜਿਹਨੇ ਸਾਡੇ ਲਈ ਨਾ ਇਹਨਾਂ ਦੇ ਪੁੱਤ ਜਿਉਂਦੇ ਰਹਿਣ, ਇਹਨਾਂ ਦੇ ਬੱਚੇ ਜਿਉਂਦੇ ਰਹਿਣ, ਇਹਨਾਂ ਦੇ ਪਰਿਵਾਰ ਦੀਆਂ ਜੜ੍ਹਾਂ ਪਤਾਲ 'ਚ ਲੱਗਣ, ਚਾਹੇ ਅਗਲੇ ਨੇ ਰਸਮੀ ਤੌਰ ਤੇ ਅਰਦਾਸ ਕਰਤੀ, ਉਹ ਅਰਦਾਸ ਚਾਹੇ ਕੋਈ ਮਿਹਣਾ ਨਹੀਂ ਰੱਖਦੀ ਗੀ, ਚਾਹੇ ਅਗਲੇ ਨੇ ਰਸਮੀ ਤੌਰ ਤੇ ਉਹ ਗੱਲ ਕਹਿ ਦਿੱਤੀ, ਤੇ ਫਿਰ ਸਾਡਾ ਸਲੂਕ ਕਿਹੋ ਜਿਹਾ ਉਹਦੇ ਨਾਲ, ਤੇ ਜਿਹਨੇ ਗੰਦ ਸੁਣਾਇਆਗਾ ਉਹਦੇ ਨਾਲ ਸਾਡਾ ਵਿਹਾਰ ਕੀ ਹੈ। ਇਸ ਗੱਲ ਨੂੰ ਕੰਪੈਰੀਜ਼ਨ ਕਰਕੇ ਵੇਖੋ। ਚਲੋ ਵਾਹਿਗੁਰੂ ਭਲਾ ਕਰੇ, ਆਪਾਂ ਸਾਰੇ ਸਿਆਣੇ ਆ। ਪਾਤਸ਼ਾਹ ਜੀ ਇੱਥੇ ਕਹਿੰਦੇ ਨਾ ਜਿਹੜਾ ਵੀ ਗੁਰੂ ਕੀ ਪਾਵਨ ਬਾਣੀ ਗਾਉਂਦਾ ਉਹਨੂੰ ਮਿਲਦਾ ਕੀ ਆ। ਵੈਸੇ ਗੁਰੂ ਕੀ ਪਾਵਨ ਬਾਣੀ ਗਾਉਣ ਵਾਲੇ ਨੂੰ ਨਾ ਜੋ ਇੱਥੇ ਅੱਜ ਦੀ ਇਸ ਵਿਚਾਰ ਵਿੱਚ ਪਾਤਸ਼ਾਹ ਨੇ ਦਿੱਤਾ, ਸ਼ਾਇਦ ਇਹ ਦੁਨੀਆ ਦੇ ਕਿਸੇ ਕੋਨੇ ਚੋਂ ਨਹੀਂ ਮਿਲਦਾ। ਇੱਕ ਨਾ ਜਿਹੜੀ ਦਾਤ ਇੱਥੇ ਮੇਰੇ ਮਾਲਕ ਨੇ ਦਿੱਤੀ ਆ, ਉਹ ਦਿੱਤੀ ਆ ਪਰਮਗਤ। ਪਰਮਗਤ ਤੋਂ ਭਾਵ ਹੈ ਪਰਮ ਪਦ, ਉਹ ਉੱਚਾ ਰੁਤਬਾ ਜਿਸ ਰੁਤਬੇ ਨੂੰ ਕਦੇ ਕੋਈ ਖਤਮ ਨਹੀਂ ਕਰ ਸਕਦਾ ਤੇ ਕਦੇ ਕੋਈ ਖੋ ਨਹੀਂ ਸਕਦਾ। ਹੁਣ ਬੰਦਾ ਰੁਤਬਾ ਭਾਲਦਾ, ਪਰ ਬੰਦਾ ਧੱਕੇ ਨਾਲ ਭਾਲਦਾ। ਅੱਜ ਦੇ ਹਾਲਾਤ ਕੀ ਬਣੇ ਪਏ ਨੂੰ ਆਪਾਂ ਨੂੰ ਪਤਾ, ਸਮਝਦੇ ਆ ਨਾ। ਰੁਤਬਾ ਬੰਦਾ ਲੱਭਦਾ ਪਰ ਉਹ ਧੱਕੇ ਨਾਲ ਲੱਭਦਾ। ਉਹ ਰੁਤਬਾ ਥੋੜੇ ਟਾਈਮ ਲਈ ਆ, 5 ਸਾਲ 10 ਸਾਲ 20 ਸਾਲ ਥੋੜੇ ਟਾਈਮ ਲਈ ਹੈ ਨਾ, ਸਦਾ ਲਈ ਨਹੀਂ ਹੈ। ਪਰ ਗੁਰੂ ਉਹ ਰੁਤਬਾ ਦਿੰਦਾ ਜਿਸ ਰੁਤਬੇ ਨੂੰ ਜਿਉਂਦੇ ਜੀ ਵੀ ਬੰਦਾ ਮਾਣਦਾ ਤੇ ਮਰਨ ਤੋਂ ਬਾਅਦ ਵੀ ਉਹ ਰੁਤਬਾ ਕਾਇਮ ਰਹਿੰਦਾ। ਉਸ ਰੁਤਬੇ ਤੇ ਕੋਈ ਵੀ ਨਹੀਂ ਆਉਂਦਾ। ਇਹ ਨਹੀਂ ਹੈ ਵੀ ਉਹ ਰੁਤਬੇ ਤੇ ਕੋਈ ਹੋਰ ਆ ਕੇ ਕਬਜ਼ਾ ਕਰ ਲੂ, ਨਾ। ਉਹ ਰੁਤਬੇ ਤੇ ਕਬਜ਼ਾ ਕੋਈ ਤਾਂ ਕਰ ਸਕਦਾ ਜੇ ਉਹ ਰੁਤਬਾ ਲੈਣ ਦੇ ਲਈ ਆਪਣੀ ਕੁਆਲਿਟੀ ਉਨੀ ਬਣਾਵੇ ਤਾਂ। ਹੁਣ ਚੇਤਾ ਰੱਖਿਓ, ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਜੋ ਸੰਸਾਰ ਦੇ ਵਿੱਚ ਰੁਤਬਾ ਮਿਲਿਆ ਨਾ, ਕਿਹੜਾ? ਸਭ ਤੇ ਵੱਡਾ ਆ ਰੁਤਬਾ ਮਿਲਿਆ, ਸਭ ਤੇ ਵੱਡਾ। ਇਹ ਨਹੀਂ ਕਿਹਾ ਵੀ ਤੇਰੇ ਨਾਲੋਂ ਕੋਈ ਹੋਰ ਵੱਡਾ ਹੋ ਸਕਦਾ, ਸਭ ਤੇ ਵੱਡਾ। ਅੱਜ ਵੱਡਾ ਕਹਾਉਣ ਦੇ ਵਿੱਚ ਬੰਦਾ ਕਤਲ ਵੀ ਕਰਦਾ, ਵੱਡਾ ਕਹਾਉਣ ਦੇ ਵਿੱਚ ਬੰਦਾ ਬੜੇ ਤਰੀਕੇ ਢੰਗ ਵਰਤਦਾ ਗਾ ਵੱਡਾ ਕਹਾਉਣ ਦੇ ਚੱਕਰ ਵਿੱਚ। ਵੈਸੇ ਬਹੁਤ ਵੱਡੀ ਭਿਆਨਕ ਬਿਮਾਰੀ ਆ ਗੁਰਬਾਣੀ ਨਾ, ਇਹਨਾਂ ਬਿਮਾਰੀਆਂ ਨੂੰ ਕੱਟਦੀ ਹੈ। ਚੇਤਾ ਰੱਖਿਓ, ਸਰੀਰਕ ਬਿਮਾਰੀ ਵੀ ਕੱਟਦੀ ਆ, ਪਰ ਇਹਨਾਂ ਬਿਮਾਰੀਆਂ ਨੂੰ ਖਾਸ ਕਰਕੇ ਕੱਟਦੀ ਹੈ ਜਿਹੜੀ ਸਾਡੇ ਜੀਵਨ ਦੇ ਵਿੱਚ ਅਜਿਹੀ ਬੁਰਾਈ ਹੁੰਦੀ ਆ। ਹੁਣ ਵੱਡਾ ਕਹਾਉਣ ਦੇ ਚੱਕਰ ਵਿੱਚ ਬੰਦਾ ਕੀ ਕੁਛ ਕਰਦਾ। ਚਲੋ ਇੱਥੇ ਪਾਤਸ਼ਾਹ ਨੇ ਕਿਹਾ ਵੱਡਾ ਗੁਰੂ ਨਾਨਕ ਸਾਹਿਬ ਨੂੰ ਰੁਤਬਾ ਮਿਲਿਆਗਾ, ਪਰ ਕਦੇ ਉਹਨੂੰ ਕਿਸੇ ਨੇ ਖੋਹਿਆ ਨਹੀਂ ਹੈ। ਜੇ ਉਨੀ ਕੁਆਲਿਟੀ ਆਪਣੇ ਜੀਵਨ ਦੇ ਵਿੱਚ ਬਾਬਾ ਲਹਿਣਾ ਜੀ ਪੈਦਾ ਕਰ ਗਏ ਨਾ, ਤਾਂ ਉਹਨਾਂ ਨੂੰ ਬਾਬੇ ਨਾਨਕ ਵਾਲੀ ਥਾਂ ਮਿਲ ਗਈ। ਜੇ ਉਨੀ ਕੁਆਲਿਟੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਰ ਗਏ ਤਾਂ ਉਹਨਾਂ ਨੂੰ ਥਾਂ ਮਿਲ ਗਈ। ਤੇ ਨਹੀਂ ਪਰਿਵਾਰ ਦੇ ਆਸੇ-ਪਾਸੇ ਦੇਖੋ ਹੋਰ ਵੀ ਬਹੁਤ ਜੀ ਨੇ, ਬੜਾ ਵੱਡਾ ਟੱਬਰ ਆ, ਉਹਨਾਂ ਨੂੰ ਨਹੀਂ ਮਿਲੇਗੀ ਜਿਨ੍ਹਾਂ ਨੇ ਕੁਆਲਿਟੀ ਪੈਦਾ ਕਰ ਲਈ। ਹੁਣ ਆਪਾਂ ਕੀ ਕਰਨਾ? ਆਪਾਂ ਗੁਰੂ ਕੋਲੇ ਆਉਣਾ, ਗੁਰੂ ਵਰਗੇ ਬਣਨਾ। ਗੁਰੂ ਵਰਗੇ ਬਣ ਗਏ ਨਾ, ਚੇਤਾ ਰੱਖਿਓ, ਫਿਰ ਜਿਹੋ ਜਿਹਾ ਗੁਰੂ ਦਾ ਸੁਭਾਅ ਆ ਉਹ ਜਿਹਾ ਸਾਡਾ ਸੁਭਾਅ ਬਣ ਗਿਆ। ਸਾਨੂੰ ਉਹ ਰੁਤਬਾ ਮਿਲ ਜੂਗਾ ਜਿਹੜਾ ਰੁਤਬਾ ਕਦੇ ਵੀ ਖਤਮ ਨਹੀਂ ਹੁੰਦਾ, ਕਦੇ ਵੀ ਖੋਹਿਆ ਨਹੀਂ ਜਾਂਦਾ, ਕਦੇ ਨੱਪਿਆ ਨਹੀਂ ਜਾਂਦਾ, ਕਦੇ ਉਸ ਰੁਤਬੇ ਤੇ ਕੋਈ ਹੋਰ ਪਹੁੰਚ ਨਹੀਂ ਸਕਦਾ। ਉਹ ਰੁਤਬਾ ਕਿਹੜਾ ਗਾ? ਸੱਤ, ਸੰਤੋਖ, ਸੰਜਮ ਵਾਲਾ। ਹੁਣ ਸੱਤ ਕਿਹਦੇ ਕੋਲੇ ਆ? ਕਿਸੇ ਕੋਲੇ ਵੀ ਨਹੀਂ। ਵੱਡੇ ਤੋਂ ਵੱਡਾ ਪਿੰਡ ਚ ਨਿਗਾਹ ਮਾਰ ਲਓ, ਉਹਦੇ ਕੋਲੇ ਸੱਤ ਹੈ। 100 ਏਕੜ ਜ਼ਮੀਨ ਆ, ਉਹਦੇ ਪੱਲੇ ਸੇਵਾ ਕਰਨ ਦੀ ਭਾਵਨਾ ਹੈ? ਬਿਲਕੁਲ ਨਹੀਂ। ਉਹਦੇ ਪੱਲੇ ਦਸਬੰਧ ਕੱਢਣ ਦੀ ਭਾਵਨਾ ਹੈ? ਬਿਲਕੁਲ ਨਹੀਂ। ਸੰਤੋਖ, ਉਹਦੇ ਕੋਲੇ ਸਬਰ ਹੈ ਵੀ ਚੱਲ 100 ਕਿੱਲਾ ਬਣ ਗਿਆ, ਬਹੁਤ ਆ ਯਾਰ, ਬੱਸ ਕਰ, ਕੀ ਕਰਾਉਣਾ ਵਾਲੀ, ਕੱਲ ਨੂੰ ਮਰ ਜਾਾਂਗੇ, ਇੱਥੇ ਕੌਣ ਆਗਾ? ਸੰਤੋਖ ਹੈ ਨਾ। ਸੋਚੋ ਹੁਣ ਬਾਬੇ ਨਾਨਕ ਕੋਲੇ ਕੀ ਆ? ਇਹ ਆ। ਹੁਣ ਸੋਚ ਕੇ ਦੇਖੋ, ਬਾਬਾ ਨਾਨਕ ਪਟਵਾਰੀ ਦਾ ਪੁੱਤ ਆ। ਥੋੜਾ ਜਿਹਾ ਆਪਾਂ ਆਪਣੇ ਤਲ ਤੇ ਗੱਲ ਕਰ ਲਈਏ। ਇੱਕ ਪਟਵਾਰੀ ਦਾ ਪੁੱਤ ਆਗਾ। ਹੁਣ ਬਾਪ ਦੀ ਭਾਵਨਾ ਵੀ ਜੇ ਮੈਂ ਪਟਵਾਰੀ ਆ ਨਾ ਤਾਂ ਮੇਰਾ ਪੁੱਤ ਵੀ ਪਟਵਾਰੀ ਹੋਵੇ ਤੇ ਉਦੋਂ ਵੱਡਾ ਰੁਤਬਾ ਪ੍ਰਾਪਤ ਕਰੇ। ਜੇ ਬਾਬੇ ਨਾਨਕ ਦਾ ਬਾਪ ਕਹਿੰਦਾ ਨਾ ਮੇਰੇ ਕੋਲੇ 40 ਕਿੱਲੇ ਆ, ਮੇਰੇ ਕੋਲੇ 30 ਕਿੱਲੇ ਨੇ ਤੇ ਮੇਰਾ ਪੁੱਤ 80 ਕਿੱਲੇ ਬਣਾਵੇ, ਇਹ ਬਾਬੇ ਨਾਨਕ ਨੇ ਕੰਮ ਨਹੀਂ ਕੀਤਾ।
ਉਹ ਕਹਿੰਦਾ ਬਹੁਤ ਆ, ਜੋ ਹੈ ਉਹਨਾਂ ਵਕਤਾਂ ਵਿੱਚ ਜੋ ਹੈ ਬਹੁਤ ਹੈ, ਸਬਰ ਆ। ਸਬਰ ਆ ਨਾ, ਇਹੀ ਸਬਰ ਭਗਤ ਰਵਿਦਾਸ ਕੋਲੇ ਆ। ਉਹ ਤਾਂ ਚੱਲ ਬਾਬਾ ਨਾਨਕ ਤਾਂ ਹੁਣ ਬਹੁਤ ਅਮੀਰ ਘਰ ਦਾ, ਇਹਨਾਂ ਕੋਲੇ ਤਾਂ ਸਬਰ ਆ ਵੜਿਆ। ਹੁਣ ਇਹ ਸਬਰ ਨੂੰ ਆਪਾਂ ਦੂਜੇ ਸਬਰ ਨਾਲ ਮਿਲਾ ਕੇ ਦੇਖਣਾ। ਭਗਤ ਕਬੀਰ ਸਾਹਿਬ ਜੀ ਵਰਗੇ, ਭਗਤ ਰਵਿਦਾਸ ਜੀ ਵਰਗੇ, ਭਗਤ ਧੰਨਾ ਜੀ ਵਰਗੇ ਗਰੀਬ ਹੀ ਆ। ਭਗਤ ਧੰਨਾ ਜੀ ਦੀ ਕਿਹੜਾ ਕੋਈ ਟਰਾਂਸਪੋਰਟ ਪਾਈ ਹੈਗੀ, ਆਮ ਵਿਅਕਤੀ ਹੈ ਨਾ, ਇੱਕ ਮਜ਼ਦੂਰੀ ਕਰਨ ਵਾਲਾ ਕਿਸਾਨ ਹੈਗਾ। ਭਗਤ ਸੈਣ ਨਾਈਆਂ ਦੇ ਘਰ ਦਾ ਜਨਮ ਹੈ ਤਾਂ ਗਰੀਬ ਹੀ ਹੈ ਨਾ। ਸਬਰ ਕਿੰਨਾ ਕਾ ਬਾਲਾ ਵੱਡਾ। ਹੁਣ ਵੇਖਣਾ ਪਊ ਵੀ ਗੁਰੂ ਵਾਲੇ ਗੁਣ, ਰੱਬ ਵਾਲੇ ਗੁਣ ਜਦੋਂ ਸਾਡੇ ਜੀਵਨ ਚ ਆ ਗਏ, ਫਿਰ ਕੀ ਬਣਾਂਗੇ? ਪਰਮ ਪਦ, ਉੱਚਾ ਰੁਤਬਾ। ਉਹ ਰੁਤਬਾ ਜਿਹੜਾ ਰੁਤਬਾ ਭਗਤ ਰਵਿਦਾਸ ਕੋਲੇ ਆ, ਭਗਤ ਧੰਨਾ ਜੀ ਕੋਲੇ ਆ, ਭਗਤ ਸੈਣ ਜੀ ਕੋਲੇ ਆ, ਭਗਤ ਕਬੀਰ ਸਾਹਿਬ ਕੋਲੇ ਆ, ਭਗਤ ਜੈਦੇਵ ਪਰਮਾਨੰਦ ਤਰਲੋਚਨ ਵਰਗਿਆਂ ਕੋਲੇ ਆ। ਉਹ ਰੁਤਬਾ ਜਿਹੜਾ 11 ਭੱਟਾਂ ਕੋਲੇ ਆ, ਉਹ ਰੁਤਬਾ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਕੋਲੇ ਆ। ਚਲੋ ਥੋੜੀ ਸ਼ਹੀਦਾਂ ਵੱਲ ਨਿਗਾਹ ਮਾਰ ਲਓ। ਉਹ ਰੁਤਬਾ ਜਿਹੜਾ ਬਾਬਾ ਤਾਰੂ ਸਿੰਘ ਜੀ, ਛਤੀ ਦਾਸ, ਮਤੀ ਦਾਸ, ਭਾਈ ਦਿਆਲਾ ਜੀ ਉਹਨਾਂ ਕੋਲੇ ਆ। ਕੀ ਕਿਹਾ ਸੀਗਾ ਵੀ ਤੁਹਾਡੇ ਅਕਾਊਂਟ ਦੇ ਵਿੱਚ ਨਾ, ਅੱਜ ਦੇ ਸਮੇਂ ਮੁਤਾਬਕ ਆਪਾਂ ਗੱਲ ਕਰ ਲਓ, ਤੁਹਾਡੇ ਘਰ ਦੇ ਵਿੱਚ ਨਾ ਰੁਪਈਆਂ ਦੀ ਪੰਡ ਬੰਨ ਕੇ ਤੋਰ ਦਿੰਦੇ ਆ, ਮੰਨ ਜੋ, ਕਹਿੰਦੇ ਨਾ। ਉਹ ਰੁਤਬਾ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦੀ ਘਰ ਵਾਲੀ ਕੋਲੇ ਆ। ਕੀ ਚਾਹੁੰਨੀ ਆ? ਉਹੀ ਕੁਛ ਮਿਲ ਜੂ, ਬਸ ਛੱਡ ਦੇ ਸਭ ਕੁਛ। ਉਹ ਰੁਤਬਾ ਜਿਹੜਾ ਭਾਵ ਮੀਰ ਮੰਨੂ ਦੀ ਕੈਦ ਵਿੱਚ ਸਵਾ ਮਣ ਦੇ ਪੀਣੇ ਪੀਣ ਵਾਲੀਆਂ ਮਾਵਾਂ ਤੇ ਆਪਣੇ ਗਲਾਂ ਵਿੱਚ ਆਪਣੇ ਬੱਚਿਆਂ ਦੇ ਟੋਟੇ, ਆਪਣੀਆਂ ਭਾਵ ਬੱਚਿਆਂ ਦੀਆਂ ਆਂਦਰਾਂ ਨਾਲ ਬੰਨ੍ਹ ਕੇ ਲਮਕਾਉਣ ਵਾਲੀਆਂ ਮਾਵਾਂ, ਜਿਨ੍ਹਾਂ ਦੇ ਬੱਚਿਆਂ ਨੂੰ ਨੇਜਿਆਂ ਉੱਪਰ ਸੁੱਟ ਕੇ ਕੇਵਲ ਗੱਲ ਨਹੀਂ ਮੁੱਕਦੀਗੀ, ਉਹਨਾਂ ਦੇ ਮੁੱਖ 'ਚ, ਉਹਨਾਂ ਦੀਆਂ ਅੱਖਾਂ ਤੇ, ਉਹਨਾਂ ਦੇ ਮੂੰਹ ਤੇ ਪੁੱਤਰਾਂ ਦਾ ਖੂਨ ਵੀ ਪਾਇਆ ਜਾਂਦਾ ਹੈਗਾ। ਉਹ ਮਾਵਾਂ, ਕੀ ਕਿਹਾ ਜਾਂਦਾ ਸੀ? ਮੰਨ ਜੋ, ਤੁਹਾਡੇ ਘਰਾਂ ਦੇ ਵਿੱਚ ਜੋ ਚਾਹੁੰਦੇ ਹੋ ਉਹੀ ਕੁਝ ਮਿਲ ਜੂ। ਬਸ ਇੱਕ ਗੱਲ ਕਹਿ ਦੋ, ਸਾਡਾ ਅੱਜ ਤੋਂ ਬਾਅਦ ਸੱਚ ਨਾਲ ਨਾਤਾ ਟੁੱਟਿਆ ਤੇ ਅਸੀਂ ਝੂਠ ਨਾਲ ਸਮਝੌਤਾ ਕਰ ਲਿਆ। ਉਹ ਮੰਨੀਆਂ ਨਹੀਂ। ਅੱਜ ਦੀ ਮਾਂ ਨੂੰ ਮਨਾ ਕੇ ਵਿਖਾਓ। ਉਹ ਰੁਤਬਾ, ਤਾਈਓ ਦੁਖੀ ਆਪਾਂ। ਬਾਬੇ ਨਾਨਕ ਦੇ ਆਖੇ ਲੱਗ ਕੇ ਸੁਖੀ, ਗੁਰੂ ਨਾਨਕ ਨਾਲੋਂ ਪਾਸੇ ਹੋ ਕੇ ਦੁਖੀ। ਹੁਣ ਗੁਰੂ ਸਾਹਿਬ ਨੇ ਤਾਈਓ ਇੱਥੇ ਜ਼ਿਕਰ ਕੀਤਾ, ਉਹ ਰੁਤਬਾ ਭਾਈ ਤੈਨੂੰ ਗੁਰੂ ਕੋਲੋਂ ਮਿਲਣਾ ਹੈ, ਸਤ ਸੰਗਤ ਵਿੱਚੋਂ ਮਿਲਣਾ ਹੈ। ਉਹ ਰੁਤਬਾ ਤੈਨੂੰ ਗੁਰੂ ਨਾਲ ਪਿਆਰ ਕਰਕੇ ਮਿਲਣਾ ਹੈ। ਉਹ ਰੁਤਬਾ ਤੈਨੂੰ ਗੁਰੂ ਦੀ ਸੰਗਤ ਨਾਲ ਪਿਆਰ ਕਰਕੇ ਮਿਲਣਾ ਹੈ, ਬੈਰ ਕਰਕੇ ਨਹੀਂ। ਵਾਹਿਗੁਰੂ ਭਲਾ ਕਰੇ। ਅੱਜ ਬਹੁਤਿਆਂ ਦੀ ਭਾਵਨਾ ਇਹ ਹੁੰਦੀ ਆ ਵੀ ਸਾਡੇ ਜੀਵਨ ਦਾ ਬੁਰਾ ਪੱਖ ਆ ਨਾ ਜਿਹੜਾ, ਉਹ ਸੰਗਤ ਵਿੱਚ ਬੈਠ ਕੇ ਵੀ ਪਾਸੇ ਨਹੀਂ ਹਟਦਾ। ਉਦਾਹਰਨ ਲੈ ਲਓ, ਇੱਕ ਬੱਚੇ ਨੂੰ ਘਰ ਦੇ ਵਿੱਚੋਂ ਸਮਝਾਤਾ ਵੀ ਤੈਂ ਸਤ ਸੰਗਤ ਵਿੱਚ ਜਾਣਾ, ਉੱਥੇ ਭੱਜਣਾ ਨਹੀਂ, ਰੌਲਾ ਨਹੀਂ ਪਾਉਣਾ, ਕਿਸੇ ਵੀ ਤਰ੍ਹਾਂ ਦਾ ਨਿਯਮ ਤੋਂ ਟੁੱਟ ਕੇ ਗਲਤ ਕੰਮ ਨਹੀਂ ਕਰਨਾ। ਬੱਚੇ ਨੂੰ ਸਮਝਾਤਾ ਤੇ ਹੁਣ ਹੁੰਦਾ ਕੀ ਆ, ਜਿੰਨਾ ਕੁਝ ਬੱਚੇ ਨੂੰ ਸਮਝਾਇਆ ਨਾ, ਉਹ ਉਹਦੇ ਉਲਟ ਕੰਮ ਕਰਦਾ। ਸੰਗਤ ਚ ਆ ਕੇ ਰੌਲਾ ਵੀ ਪਾਉਂਦਾ, ਭੱਜਦਾ ਵੀ ਆ, ਦਲੱਤੇ ਵੀ ਮਾਰਦਾਗਾ, ਕਰਦਾ ਨਹੀਂ ਵੀ ਕਰਦਾਗਾ। ਹੁਣ ਕੀ ਆ, ਸਾਡਾ ਜਿਹੜਾ ਸੁਭਾਗ ਆ ਇਹ ਬੱਚੇ ਵਰਗਾ। ਬਾਣੀ ਵਿੱਚ ਲਿਖਿਆ ਵੀਰੇ ਵਾਹਿਗੁਰੂ ਨੇ, ਕੀ ਕਹਿੰਦੇ ਨੇ? ਕਾਇਆ ਨਗਰ ਇੱਕ ਬਾਲਕ ਬਸਿਆ। ਆ ਸਰੀਰ ਦੇ ਵਿੱਚ ਨਾ ਇੱਕ ਜਵਾਕ, ਇੱਕ ਮਨ ਰੂਪੀ ਬੱਚਾ ਵਸਦਾਗਾ। ਜਿਵੇਂ ਮਨ ਨੂੰ ਬਹੁਤ ਸਮਝਾਇਆ ਨਾ, ਘਰੇ ਸਮਝਾ ਕੇ ਤੁਰੇ ਵੀ ਉੱਥੇ ਜਾ ਕੇ ਰੌਲਾ ਨਹੀਂ ਪਾਉਣਾਗਾ। ਹੁਣ ਮਨ ਨੂੰ ਘਰੋਂ ਸਮਝਾ ਕੇ ਤੁਰੇ ਆ ਵੀ ਗੁਰੂ ਘਰ ਜਾ ਕੇ ਤੈ ਇੱਧਰ ਉੱਧਰ ਨਹੀਂ ਦੇਖਣਾਗਾ, ਗੁਰੂ ਘਰ ਜਾ ਕੇ ਤੈ ਰੌਲਾ ਨਹੀਂ ਪਾਉਣਾਗਾ, ਗੁਰੂ ਘਰ ਜਾ ਕੇ ਤੈ ਕਿਸੇ ਨਾਲ ਬੈਰ ਨਹੀਂ ਕਰਨਾਗਾ, ਗੁਰੂ ਘਰ ਜਾ ਕੇ ਤੈ ਕਿਸੇ ਨਾਲ ਵਿਰੋਧ ਨਹੀਂ ਕਰਨਾਗਾ। ਹੁਣ ਮਨ ਰੂਪੀ ਜਵਾਕ ਨੂੰ ਅਸੀਂ ਸਮਝਾ ਕੇ ਤੁਰੇ ਘਰੋਂ, ਇਹ ਚੰਦਰਾ ਇੱਥੇ ਆ ਕੇ ਦਲੱਤੇ ਮਾਰਨ ਲੱਗ ਗਿਆ। ਫਿਰ ਗੁਰੂ ਸਾਹਿਬ ਨੇ ਲਿਖਤਾ ਨਾ, ਇਹ ਕਾਇਆ ਨਗਰ, ਆ ਸਰੀਰ ਰੂਪੀ ਘਰ ਦੇ ਵਿੱਚ ਇੱਕ ਬਾਲਕ ਬਸਿਆ। ਇਹਦੇ ਵਿੱਚ ਨਾ ਇੱਕ ਬਾਲਕ ਦਾ ਵਾਸਾ, ਇੱਕ ਬੱਚੇ ਦਾ ਵਾਸਾ। ਉਹ ਬੱਚਾ ਕੀ ਆ? ਮਨ। ਤੇ ਮਨ ਕੀ ਆ? ਮਨ ਚੰਚਲਾ। ਫਿਰ ਆਪਾਂ ਰੋਜ਼ ਆਨੰਦ ਸਾਹਿਬ ਦੀ ਬਾਣੀ ਚ ਪੜ੍ਹਦੇ ਨਾ, ਇਹ ਮਨ ਚੰਚਲਾ, ਚਤਰਾਈ ਕਿਨੈ ਨਾ ਪਾਇਆ। ਚਲਾਕੀ ਨਾਲ ਤੂੰ ਪਰਮ ਪਦਾ ਨਹੀਂ ਪਾ ਸਕਦਾ। ਚਤਰਾਈ ਕਿਨੈ ਨਾ ਪਾਇਆ, ਬਿਲਕੁਲ ਨਹੀਂ ਪਾਵੇਂਗਾ। ਅੱਛਾ, ਜਦੋਂ ਇਹ ਮਨ ਸੁਧਰ ਗਿਆ ਫਿਰ ਕੀ ਆ? ਇਹ ਮਨ ਪਿਆਰਿਆ ਤੂੰ ਸਦਾ ਰਹੋ ਹਰ ਨਾਲੇ। ਫਿਰ ਇਹ ਮਨ ਗੁਰੂ ਚਰਨਾਂ ਦੇ ਨੇੜੇ ਜਾ ਵੜਦਾ। ਗੁਰੂ ਚਰਨਾਂ ਦੇ ਨੇੜੇ ਜਾ ਕੇ ਫਿਰ ਉਹ ਮਾਣ ਹਾਸਲ ਕਰ ਲੈਂਦਾ ਜਿਹਦਾ ਇੱਥੇ ਮੇਰੇ ਮਾਲਕ ਨੇ ਨਾਂ ਲਿਖਿਆਗਾ। ਬਾਣੀ ਗੁਰਬਾਣੀ ਗਾਈ
ਪਾਤਸ਼ਾਹ ਜੀ ਕਹਿੰਦੇ ਪਰਮ ਗਤ ਪਾਈ ਪੰਚ ਮਿਲੇ ਸੁਹਾਇਆ। ਪੰਜਾਂ ਨੂੰ ਮਿਲ ਕੇ ਫਿਰ ਇਹ ਸੋਹਣਾ ਲੱਗਣ ਲੱਗ ਗਿਆ, ਇਹਨੂੰ ਇੱਕ ਰੂਪ ਚੜ ਗਿਆ, ਇਹਨੂੰ ਇੱਕ ਨਿਖਾਰ ਆ ਗਿਆ, ਇਹਦੇ ਜੀਵਨ ਦੀ ਸੁੰਦਰਤਾ ਘੜੀ ਗਈ, ਕੁਰੂਪਤਾ ਖਤਮ ਹੋ ਗਈ, ਸੁੰਦਰਤਾ ਆਵੜੀ। ਕਦੋਂ? ਜਦੋਂ ਪੰਜ ਵਾਗੇ ਤੇ ਪੰਜ ਆਵੜੇ, ਪੰਜ ਔਗਣ ਪਾਸੇ ਹੋ ਗਏ ਤੇ ਪੰਜ ਗੁਣ ਆਵੜੇ। ਤੇ ਜਦੋਂ ਆਪਾਂ ਗੁਰੂ ਤੋਂ ਥੋੜਾ ਜਿਹਾ ਸਾਈਡ ਤੇ ਵਗ ਜਾਂਦੇ ਆ, ਫਿਰ ਪੰਜ ਗੁਣ ਖਤਮ ਹੋ ਜਾਂਦੇ ਆ ਤੇ ਪੰਜ ਔਗਣ ਆਵੜਦੇ ਆ, ਜਿਨ੍ਹਾਂ ਪੰਜਾਂ ਔਗਣਾਂ ਕਰਕੇ ਸਾਨੂੰ ਸੰਸਾਰ 'ਚ ਫਿਟਕਾਰਾਂ ਪੈਂਦੀਆਂ ਨੇ। ਫਿਰ ਅਗਲੇ ਬੰਦ ਵਿੱਚ ਗੁਰੂ ਸਾਹਿਬ ਜ਼ਿਕਰ ਕਰਦੇ ਨੇ, ਗਿਆ ਕ੍ਰੋਧ ਮਮਤਾ ਤਨ ਨਾਠੀ ਪਖੰਡ ਭਰਮ ਗਵਾਇਆ। ਆਪਾਂ ਉਹ ਗੱਲ ਕਹਿ ਦਿੱਤੀ ਵੀ ਪੰਜ ਬਾਗੇ ਪੰਜ ਆਵੜੇ। ਅਗਲੀ ਪੰਕਤੀ ਵਿੱਚ ਵਾਹਿਗੁਰੂ ਨੇ ਜ਼ਿਕਰ ਕਰ ਦਿੱਤਾ, ਕਹਿੰਦੇ ਗਿਆ ਕੀ ਵਾਗਿਆ? ਕ੍ਰੋਧ, ਕ੍ਰੋਧ ਵੀ ਵਾਗਿਆ। ਗਿਆ ਕ੍ਰੋਧ ਮਮਤਾ, ਮੇਰੇ ਅੰਦਰ ਦੀ ਮਮਤਾ ਵੀ ਚਲੀ ਗਈ, ਮੇਰੇ ਅੰਦਰ ਦੀ ਬੁਰਾਈਆਂ ਸਾਰੀਆਂ ਖਤਮ ਹੋ ਗਈਆਂ। ਤਨ ਨਾਠੀ, ਅੱਗੇ ਪਖੰਡ, ਪਖੰਡ ਵੀ ਖਤਮ ਹੋ ਗਿਆ, ਭਰਮ ਡਰ ਵੀ ਖਤਮ ਹੋ ਗਿਆ, ਗਵਾਇਆ। ਹੁਣ ਆਪਾਂ ਸਾਰੇ ਨਾ ਸਮੇਤ ਮੇਰੇ ਤੁਹਾਡੇ ਸਾਰਿਆਂ ਦੇ ਆਪਾਂ ਇਹ ਸੋਚ ਕੇ ਵੇਖੋ, ਜੋ ਗੁਰੂ ਨੇ ਗੱਲ ਕਹੀ ਆ, ਕਿ ਇਹ ਗੱਲ ਅਸੀਂ ਸੁਣ ਕੇ ਮੰਨ ਸਕਦੇ ਹਾਂ? ਜੇ ਤਾਂ ਮੰਨ ਗਏ ਫਿਰ ਤਾਂ ਇੱਥੇ ਆਉਣਾ ਸਫਲ ਹੈ। ਜਿਹੜੇ ਬੱਚੇ ਨੇ ਟੀਚਰ ਤੋਂ ਸੁਣ ਕੇ, ਗੁਰੂ ਰੂਪੀ ਟੀਚਰ ਤੋਂ ਸੁਣ ਕੇ ਉਹਦੇ ਤੇ ਅਮਲ ਕਰ ਲਿਆ, ਫਿਰ ਤਾਂ ਉਹ ਭਾਈ ਵੱਡਾ ਅਫਸਰ ਬਣੀ ਜਾਊ, ਯਕੀਨ ਆ। ਤੇ ਬੱਚੇ ਤੇ ਵੀ ਨਾ ਟੀਚਰ ਨੇ ਦਾਅਵਾ ਕੀਤਾ, ਪਿੰਡ 'ਚ ਮਾਤਾ ਪਿਤਾ ਨੂੰ ਕਹਿਤਾ ਵੀ ਬੱਚਾ ਬਹੁਤ ਹੀ ਨਿਖਰ ਕੇ ਅੱਗੇ ਆਵੇਗਾ। ਉਹ ਬੱਚੇ ਦੀਆਂ ਕਰਤੂਤਾਂ ਦੱਸ ਗਈਆਂ, ਲੱਛਣ ਦੱਸ ਗਏ। ਹੁਣ ਜੇ ਆਪਾਂ ਗੁਰੂ ਕੋਲੇ ਆ ਕੇ ਆਹ ਗੱਲ ਮੰਨ ਲਈ ਨਾ, ਬਸ ਆਪਣੇ ਲੱਛਣਾਂ ਦਾ ਗੁਰੂ ਨੂੰ ਲੱਗ ਗਿਆ ਪਤਾ, ਬਸ ਫਿਰ ਆਪਾਂ ਤਰ ਗਏ ਭਾਈ। ਫਿਰ ਨਹੀਂ ਆਪਾਂ ਇਸ ਸੰਸਾਰ ਸਾਗਰ ਵਿੱਚ ਡੁੱਬਾਂਗੇ। ਉਹ ਕੀ ਗੱਲ ਆ? ਦੁਬਾਰਾ ਫਿਰ ਆਪਾਂ ਰਿਪੀਟ ਕਰਦੇ ਆ, ਗਿਆ ਕੀ ਗਿਆ? ਕ੍ਰੋਧ। ਨੰਬਰ 1 ਤੇ ਕ੍ਰੋਧ ਬਿਲਕੁਲ ਗਿਆ, ਸ਼ਾਂਤ ਚਿੱਤ, ਬਸ ਕੁਛ ਵੀ ਹੈ, ਚਾਹੇ ਕ੍ਰੋਧ ਚਲਾ ਗਿਆ। ਫਿਰ ਅੱਗੇ ਮਮਤਾ ਤਨ ਨਾਠੀ, ਅੰਦਰੋਂ ਮੈਂ ਮੇਰੀ ਮਮਤਾ, ਇਹ ਸਰੀਰ ਦੇ ਵਿੱਚੋਂ ਭਾਵ ਔਗਣ ਨੇ ਜਿਹੜੇ ਉਹ ਖਤਮ ਹੋ ਗਏ ਭਾਈ। ਹੁਣ ਕੀ ਹੋਇਆ? ਮਮਤਾ ਤਨ ਨਾਠੀ, ਫਿਰ ਪਖੰਡ, ਹੁਣ ਮੇਰੇ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪਖੰਡ ਨਹੀਂ ਰਿਹਾ। ਹੁਣ ਆਪਾਂ ਸੋਚ ਕੇ ਦੇਖੋ ਵੀ ਸਾਡੇ ਖਤਮ ਹੋ ਗਏ ਨਾ? ਹੈਗੇ ਨੇ ਨਾ। ਜੇ ਨਹੀਂ ਖਤਮ ਹੋਏ ਤਾਂ ਆਪਾਂ ਜ਼ਰੂਰ ਬੇਨਤੀ ਕਰਨੇ, ਸੱਚੇ ਪਾਤਸ਼ਾਹ ਸਾਡੇ ਜੀਵਨ ਵਿੱਚੋਂ ਪਖੰਡ ਖਤਮ ਹੋ ਜਾਵੇ। ਪਖੰਡ, ਫਿਰ ਅੱਗੇ ਭਰਮ, ਡਰ। ਹੁਣ ਡਰ ਸਾਨੂੰ ਧਾਗਿਆਂ ਦਾ ਵੀ ਆ, ਤਬੀਤਾਂ ਦਾ ਵੀ ਆ, ਮੜੀਆਂ ਮਸਾਣਾਂ ਦਾ ਵੀ ਆ, ਬਾਬਿਆਂ ਦੀਆਂ ਕਬਰਾਂ ਦਾ ਵੀ ਆ, ਦਿਨਾਂ ਦਾ ਵੀ ਡਰ ਆ। ਆਹ ਦਿਨ ਕੰਮ ਕਰਨਾ, ਆਹ ਦਿਨ ਕੰਮ ਨਹੀਂ ਕਰਨਾਗਾ। ਬਹਿਮਨ ਪਾਠ ਵੀ ਇਸ ਦਾ ਇੱਦਾਂ ਸੋਚ ਕੇ ਖਲਾਉਣਾ ਵੀ ਕਿੰਨੇ ਵਜੇ ਪ੍ਰਕਾਸ਼ ਕਰਨਾ, ਕਿੰਨੇ ਵਜੇ ਭੋਗ ਪਾਉਣਾ, ਕਿਹੜੇ ਦਿਨ ਕੀ ਕਰਨਾ, ਕਿਹੜੇ ਦਿਨ ਕੀ ਨਹੀਂ ਕਰਨਾਗਾ। ਸੋਚ ਕੇ ਦੇਖੋ, ਬਹੁਤ ਡਰ ਹੈਗਾ ਸਾਨੂੰ। ਬਾਬੇ ਨੇ ਕਿਹਾ ਪਹਿਲਾਂ ਵੀ ਐਂ ਕਰਨਾ ਪਾਠ, ਗੁਰੂ ਤੋਂ ਵਿਧੀ ਨਹੀਂ ਲੈਤੀ ਆਪਾਂ, ਕਿਸੇ ਬਾਬੇ ਤੋਂ ਵਿਧੀ ਪੁੱਛੇ। ਡਰ ਆ ਨਾ ਅੰਦਰ, ਚਿਰਾਗ ਨਾ ਲਾਇਆ ਪਤਾ ਨਹੀਂ ਕੀ ਹੋ ਜਾਊਗਾ, ਕਿਤੇ ਇਸ਼ਨਾਨ ਨਾ ਕਰਕੇ ਆਂਦਾ ਨਾ ਸਰੋਵਰ ਤੇ ਪਤਾ ਨਹੀਂ ਕੀ ਹੋ ਜਾਊਗਾ। ਡਰ ਹੁਣ ਗੁਰੂ ਸਾਹਿਬ ਕਹਿੰਦੇ ਖਤਮ ਹੋਣਾ ਚਾਹੀਦਾ, ਬਿਲਕੁਲ ਨਿਡਰ ਹੋਣੇ ਚਾਹੀਦੇ ਆਪਾਂ, ਨਿਡਰ ਵੀ ਡਰ ਨਹੀਂ ਹੋਣਾ ਚਾਹੀਦਾਗਾ, ਪਖੰਡ ਵੀ ਨਹੀਂ ਹੋਣਾ ਚਾਹੀਦਾ, ਡਰ ਵੀ ਨਹੀਂ ਹੋਣਾ ਚਾਹੀਦਾ। ਪਾਤਸ਼ਾਹ ਜੀ ਕਹਿੰਦੇ ਮਮਤਾ ਕ੍ਰੋਧ ਤਨ ਨਾਠੀ, ਇਹ ਸਭ ਕੁਝ ਨਸ ਜਾਣਾ ਚਾਹੀਦਾ ਭਾਈ, ਭੱਜ ਜਾਣਾ ਚਾਹੀਦਾ। ਜਿਨ੍ਹਾਂ ਦੇ ਅੰਦਰੋਂ ਇਹ ਚੀਜ਼ਾਂ ਵਾਗੀਆਂ ਧਨਤਾ ਦੇ ਯੋਗ ਨੇ, ਜਿਨ੍ਹਾਂ ਦੇ ਅੰਦਰ ਹੈਗੀਆਂ, ਤੇ ਆਪਾਂ ਇਹ ਗੁਰੂ ਪਾਤਸ਼ਾਹ ਤੋਂ ਇਉਂ ਮੰਨ ਲਓ ਵੀ ਅੱਜ ਦੇ ਸ਼ਬਦ ਵਿੱਚ ਚੌਥੇ ਪਾਤਸ਼ਾਹ ਨੇ ਸਾਨੂੰ ਦਵਾਈ ਦਿੱਤੀ ਆ। ਇਹ ਦਵਾਈ ਨੂੰ ਆਪਾਂ ਜ਼ਰੂਰ ਵਰਤਣਾ, ਵਰਤਾਂਗੇ ਇਲਾਜ ਹੋ ਜਾਵੇਗਾ, ਨਾ ਵਰਤਾਂਗੇ ਇਲਾਜ ਨਹੀਂ ਹੋਵੇਗਾ। ਇੱਕ ਛੋਟੀ ਜਿਹੀ ਉਦਾਹਰਨ ਲੈ ਲਓ, ਮੰਨ ਲਓ ਵੀ ਮੈਨੂੰ ਕਿਸੇ ਤਰ੍ਹਾਂ ਦੀ ਭਿਆਨਕ ਬਿਮਾਰੀ ਚੋਂ ਵੜ ਗਈ, ਮੈਂ ਡਾਕਟਰ ਕੋਲੇ ਰੋਜ਼ ਵਗ ਜਾਂਦਾ, ਉਹਦੇ ਕੋਲ ਨਾ ਅੱਧਾ ਘੰਟਾ ਬੈਠ ਕੇ ਮੁੜ ਆਉਣਾ। ਚਲੋ ਅੱਧਾ ਘੰਟਾ ਛੱਡੋ, ਆਪਾਂ ਘੰਟਾ ਮੰਨ ਲਓ ਵੀ ਮੈਂ ਘੰਟਾ ਗਿਆ ਡਾਕਟਰ ਕੋਲੇ ਬੈਠਾ ਰਿਹਾ, ਮੁੜ ਆਇਆ, ਦੂਜੇ ਦਿਨ ਫਿਰ ਵਗ ਗਿਆ, ਫਿਰ ਮੁੜ ਆਇਆ, ਤੀਜੇ ਦਿਨ ਫਿਰ ਵਗ ਗਿਆ, ਫਿਰ ਮੁੜ ਆਇਆ। ਆਪਾਂ ਨੂੰ ਕੀ ਰਸਤੇ ਵਿੱਚ ਆਪਣਾ ਸੰਗੀ ਟੱਕਰ ਗਿਆ, ਕਹਿੰਦਾ ਕਿਵੇਂ ਠੀਕ ਨਹੀਂ ਹੋਇਆ ਅਜੇ? ਆਪਾਂ ਕੀ ਕਿਹਾ? ਨਾ ਠੀਕ ਨਹੀਂ ਹੋਇਆ। ਉਹ ਕੀ ਕਹਿੰਦਾ? ਹੋਰ ਡਾਕਟਰ ਬਦਲ ਕੇ ਦੇਖ ਲਾ। ਤੇ ਆਪਾਂ ਕੀ ਕਿਹਾ? ਨਹੀਂ ਮੈਨੂੰ ਇਹ ਤੇ ਯਕੀਨ ਹੈ ਤੇ ਭਰੋਸਾ ਡਾਕਟਰ ਤੇ,
ਇਹ ਤੇ ਭਰੋਸਾ ਨਾ। ਚਲੋ ਕਹਿੰਦਾ ਜੇ ਤੈਨੂੰ ਭਰੋਸਾ ਨਾ, ਅੱਜ ਤੇਰੇ ਨਾਲ ਮੈਂ ਚੱਲਦਾ। ਉਹ ਡਾਕਟਰ ਕੋਲੇ ਨਾਲ ਨਾ ਸਾਡਾ ਸੰਗੀ ਮਿੱਤਰ ਨਾਲ ਵਗ ਗਿਆ ਤੇ ਜਾ ਕੇ ਡਾਕਟਰ ਨੂੰ ਕੀ ਕਹਿੰਦਾ, ਡਾਕਟਰ ਸਾਹਿਬ ਇਹਦਾ ਕੋਈ ਚੰਗੀ ਜਿਹੀ ਤਰ੍ਹਾਂ ਦੇਖਭਾਲ ਕਰੋ ਨਾ, ਰੋਜ਼ ਵਿਚਾਰਾ ਗੇੜੇ ਖਾਂਦਾ, ਅਜੇ ਤੱਕ ਇਹਦੀ ਬਿਮਾਰੀ ਦਾ ਇਲਾਜ ਨਹੀਂ ਹੋਇਆ, ਤੁਹਾਡੇ ਤੇ ਭਰੋਸਾ ਬਹੁਤ ਆ, ਇਹਨੂੰ ਯਕੀਨ ਬਹੁਤ ਆ ਤੁਹਾਡੇ ਤੇ। ਡਾਕਟਰ ਨੇ ਪਤਾ ਕੀ ਕਿਹਾ, ਯਕੀਨ ਭਾਵੇਂ ਜਿੰਨਾ ਮਰਜ਼ੀ ਕਰ ਲਵੇ, ਭਰੋਸਾ ਜਿੰਨਾ ਮਰਜ਼ੀ ਕਰ ਲਵੇ, ਪਰ ਜਿੰਨਾ ਮਰਜ਼ੀ ਰੋਜ਼ ਗੇੜੇ ਖਾਈ ਜਾਵੇ, ਘੰਟਾ ਬੈਠਣ ਦੀ ਬਜਾਏ 2 ਘੰਟੇ ਬੈਠਾ ਰਹੇ, ਪਰ ਇਹਦਾ ਕਦੇ ਇਲਾਜ ਨਹੀਂ ਹੋਵੇਗਾ। ਹੁਣ ਉੱਥੇ ਭਰੋਸਾ ਚਕਨਾਚੂਰ ਹੋ ਗਿਆ। ਜੋ ਡਾਕਟਰ ਨੇ ਜਵਾਬ ਦਿੱਤਾ ਨਾ ਵੀ ਇਲਾਜ ਨਹੀਂ ਹੁੰਦਾ ਇਹਦਾ, ਇਹਨੂੰ ਤੰਦਰੁਸਤੀ ਨਹੀਂ ਮਿਲ ਸਕਦੀ। ਕਿਉਂ? ਕਿਉਂਕਿ ਦਵਾਈ ਤਾਂ ਲੈਂਦਾ ਨਹੀਂ, ਪਰਹੇਜ਼ ਰੱਖਦਾ ਨਹੀਂ, ਮੇਰੇ ਕੋਲੇ ਆਉਂਦਾ ਜ਼ਰੂਰ ਆ, ਗੇੜੇ ਖਾ ਕੇ ਘੰਟਾ ਹਾਜ਼ਰੀ ਭਰ ਕੇ ਮੁੜ ਜਾਂਦਾ। ਸ਼ਾਇਦ ਉਹ ਡਾਕਟਰ ਦੁਨਿਆਵੀ ਨਹੀਂ, ਉਹ ਡਾਕਟਰ ਸਾਡਾ ਗੁਰੂ ਆ। ਇਸ਼ਾਰਾ ਸਮਝ ਗਏ ਨਾ, ਉਹ ਗੁਰੂ ਰੂਪੀ ਡਾਕਟਰ ਆ। ਉਹ ਕਹਿੰਦਾ ਪੁੱਤ ਜਿੰਨਾ ਮਰਜ਼ੀ ਗੇੜੇ ਖਾ ਲਾ, ਜਿੰਨਾ ਮਰਜ਼ੀ ਆਈ ਜਾਈ ਜਾ, ਜਿੰਨਾ ਮਰਜ਼ੀ ਹਾਜ਼ਰੀ ਭਰ ਲਾ, ਪਰ ਇਲਾਜ ਦਵਾਈ ਲੈ ਕੇ, ਉਹਨੂੰ ਪਰਹੇਜ਼ ਨਾਲ ਲੈ ਕੇ ਫਿਰ ਕੀਤਾ ਜਾਵੇਗਾ, ਉਹਨਾਂ ਟਾਈਮ ਇਲਾਜ ਨਹੀਂ ਹੋ ਸਕਦਾਗਾ। ਲਾਸਟ ਵਿੱਚ ਫਿਰ ਪਾਤਸ਼ਾਹ ਜ਼ਿਕਰ ਕਰਦੇ ਨੇ, ਹਉਮੈ ਪੀਰ ਗਈ ਸੁਖ ਪਾਇਆ। ਮੇਰੀ ਜ਼ਿੰਦਗੀ ਵਿੱਚੋਂ ਹੁਣ ਹਉਮੈ ਰੂਪੀ ਪੀੜ, ਦਰਦ ਖਤਮ ਹੋ ਗਿਆ। ਉਹ ਦਰਦ ਕਿਹੜਾ ਸੀਗਾ, ਜਿਹਨੂੰ ਚੌਥੇ ਪਾਤਸ਼ਾਹ ਹੀ ਰੋਜ਼ਾਨਾ ਸੋਹਿਲਾ ਸਾਹਿਬ ਦੀ ਬਾਣੀ ਵਿੱਚ ਸਾਨੂੰ ਦੱਸਦੇ ਨੇ, ਜਿਉਂ-ਜਿਉਂ ਚੱਲੈ ਚੁੱਭੈ ਦੁੱਖ ਪਾਵੈ। ਮੈਂ ਜਿਵੇਂ ਜਿਵੇਂ ਜਾਨਾ ਨਾ, ਤੁਰਦਾ ਵਾਂ, ਉਵੇਂ ਉਵੇਂ ਮੇਰੇ ਕੰਡਾ ਚੁੱਭਦਾ ਪੈਰ 'ਚ। ਉਹ ਕੰਡਾ ਕਾਹਦਾ ਗਾ? ਹਉਮੈ ਦਾ। ਹਉਮੈ ਦਾ ਕੰਡਾ ਉਹ ਮੇਰੇ ਰੋਜ਼ ਚੁੱਭਦਾ ਗਾ। ਹੁਣ ਉੱਪਰੋਂ ਜਿੰਨੀਆਂ ਮਰਜ਼ੀ ਪੱਟੀਆਂ ਬੰਨੀ ਜਾਵਾਂ, ਮਖ ਵਾਲੀ ਜੁੱਤੀ ਪਾਵਾਂ, ਜੁਰਾਬਾਂ ਪਾਵਾਂ, ਜੋ ਮਰਜ਼ੀ ਪਾਈ ਜਾਵਾਂ, ਪਰ ਜਿਉਂ-ਜਿਉਂ ਚੱਲਾਂ, ਜਿਵੇਂ ਜਿਵੇਂ ਮੈਂ ਤੁਰਦਾ ਨਾ, ਉਹ ਕੰਡੇ ਦੀ ਪੀੜ, ਉਹ ਕੰਡੇ ਦੀ ਚੀਸ ਹਟਦੀ ਨਹੀਂ ਹੈ। ਹਟੂਗੀ ਤਦ ਜਦੋਂ ਉਹ ਕੰਡਾ ਕੱਢਿਆ ਜਾਵੇਗਾ। ਜਿੰਨਾ ਟਾਈਮ ਉਹ ਕੰਡਾ ਪੈਰ ਚੋਂ ਨਹੀਂ ਨਿਕਲਦਾ, ਉਹਨਾਂ ਟਾਈਮ ਜਿੰਨਾ ਮਰਜ਼ੀ ਮੈਂ ਪੈਰ ਦੇ ਬੂਟ, ਜੁੱਤੀਆਂ, ਚੱਪਲਾਂ, ਜੁਰਾਬਾਂ ਬਦਲਦਾ ਰਵਾਂ, ਬੇਸ਼ੱਕ ਰਸਤਾ ਵੀ ਬਦਲ ਜਾਵਾਂ, ਉਹਨਾਂ ਟਾਈਮ ਇਲਾਜ ਕਦੇ ਨਹੀਂ ਹੁੰਦਾ। ਇੱਥੇ ਲਿਖਿਆ ਗਾ, ਹੁਣ ਮੇਰੀ ਗੁਰੂ ਕੋਲੇ ਆ ਕੇ ਨਾ ਉਹ ਕੰਡਾ ਹੀ ਕੱਢਤਾ ਗੁਰੂ ਨੇ। ਹਉਮੈ ਪੀਰ ਗਈ ਸੁਖ ਪਾਇਆ। ਹੁਣ ਮੈਨੂੰ ਸ਼ਾਂਤੀ ਆ ਗਈ, ਹੁਣ ਮੈਨੂੰ ਨਾ ਸੁੱਖ ਮਿਲਿਆ, ਸ਼ਾਂਤੀ ਮਿਲ ਗਈ। ਅਰੋਗਤ ਭਏ ਸਰੀਰਾ, ਹੁਣ ਮੇਰਾ ਸਰੀਰ ਬਿਲਕੁਲ ਅਰੋਗ ਹੋ ਗਿਆ। ਕਦੋਂ? ਗੁਰ ਪ੍ਰਸਾਦੀ ਬ੍ਰਹਮ ਪਛਾਤਾ, ਨਾਨਕ ਗੁਣੀ ਗਹੀਰਾ। ਲਾਸਟ ਵਾਲੇ ਬੰਦ ਵਿੱਚ ਤੁਕ ਵਿੱਚ ਗੁਰੂ ਸਾਹਿਬ ਜੀ ਕਹਿੰਦੇ, ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ, ਬ੍ਰਹਮ ਪਛਾਤਾ, ਮੈਂ ਮੇਰੇ ਮਾਲਕ ਦੇ ਬ੍ਰਹਮ ਗਿਆਨ ਨੂੰ ਪਛਾਣ ਲਿਆ। ਜਦੋਂ ਮੈਂ ਬ੍ਰਹਮ ਗਿਆਨ ਨੂੰ ਪਛਾਣ ਲਿਆ ਨਾ, ਫਿਰ ਕੀ ਆ, ਹੁਣ ਮੈਨੂੰ ਇਹ ਕਹਿਣਾ ਸੌਖਾ ਹੋ ਗਿਆ ਕਿ ਵੀ ਮੇਰਾ ਗੁਰੂ ਨਾ ਸਾਰੇ ਰੋਗਾਂ ਦੀ ਦਵਾਈ ਦਿੰਦਾ। ਉਹ ਏਡਾ ਵੱਡਾ ਗਾ, ਉਹ ਪਹਾੜ ਵਰਗਾ, ਉਹ ਏਡਾ ਵੱਡਾ ਗਾ, ਉਹ ਸਮੁੰਦਰ ਵਰਗਾ, ਉਹ ਏਡਾ ਵੱਡਾ ਗਾ, ਆਕਾਸ਼ ਵਰਗਾ। ਹੁਣ ਮੈਂ ਕਹਿਣ ਲੱਗ ਗਿਆ। ਤੇ ਇੱਥੇ ਕੀ ਕਿਹਾਗਾ? ਇੱਥੇ ਕਿਹਾਗਾ ਗੁਣੀ ਗਹੀਰਾ, ਗੁਣਾਂ ਦਾ ਖਜ਼ਾਨਾ, ਗੁਣਾਂ ਦਾ ਸਮੁੰਦਰ। ਇੱਥੋਂ ਤੱਕ ਪਾਤਸ਼ਾਹ ਨੇ ਸਾਨੂੰ ਇਹ ਸਮਝਾਇਆ ਅੱਜ ਦੀ ਪਾਵਨ ਬਾਣੀ ਵਿੱਚ। ਇਸੇ ਗੱਲ ਨੂੰ ਸਮਝੇ ਨਾ, ਛੋਟੀ ਉਦਾਹਰਨ ਵੀ, ਬਾਜ਼ਾਰ ਵਿੱਚ ਨਾ ਜਿਹੜੀ ਸਭ ਤੋਂ ਵੱਡੀ ਥੋਕ ਦੀ ਦੁਕਾਨ ਹੋਵੇ ਤੇ ਦਾਨੇ ਪੁਰਖ ਸਿਆਣੇ ਨਾ ਉਹਦੇ ਕੋਲ ਜਾਂਦੇ ਨੇ, ਕਹਿੰਦੇ ਉੱਥੇ ਭਾਈ ਸਾਨੂੰ ਹਰ ਇੱਕ ਚੀਜ਼ ਮਿਲ ਜੂ, ਇੱਕ ਦੁਕਾਨ ਤੋਂ ਹੀ ਸਾਡੇ ਘਰ ਦਾ ਹੱਲ ਹੋ ਜਾਵੇਗਾ, ਸਾਨੂੰ ਥਾਂ ਥਾਂ ਤੇ ਭਟਕਣ ਦੀ ਲੋੜ ਨਹੀਂ। ਫਿਰ ਪਿਆਰ ਵਾਲਿਓ, ਜੇ ਆਪਾਂ ਨੂੰ ਇੰਨਾ ਪਤਾ ਨਾ ਵੀ ਇੱਕ ਦੁਕਾਨ ਤੇ ਗਿਆ ਸਾਨੂੰ ਸਾਰੀਆਂ ਵਸਤੂਆਂ ਘਰ ਦੀਆਂ ਜ਼ਰੂਰੀ ਲੋੜਵੰਦ ਚੀਜ਼ਾਂ ਮਿਲ ਜਾਣਗੀਆਂ, ਹੋਰ ਕਿਤੇ ਜਾਣ ਦੀ ਲੋੜ ਨਹੀਂ ਹੈ। ਮਾਫ ਕਰਨਾ, ਉਸ ਗੱਲ ਤੋਂ ਆਪਾਂ ਬਹੁਤ ਕੁਝ ਸਿੱਖ ਸਕਦੇ ਆ। ਇੱਕ ਗੁਰੂ ਨਾਨਕ ਪਾਤਸ਼ਾਹ ਦਾ ਬਹੁਤ ਵੱਡਾ ਹਸਪਤਾਲ ਆ, ਜਿੱਥੇ ਪਹੁੰਚਿਆ ਸਾਡੇ ਤਨ ਦੀਆਂ ਤੇ ਸਾਡੇ ਮਨ ਦੀਆਂ ਸਾਰੀਆਂ ਬਿਮਾਰੀਆਂ ਦਾ ਹੱਲ ਹੋ ਜਾਵੇਗਾ। ਫਿਰ ਇਹਨੂੰ ਛੱਡ ਕੇ ਆਪਾਂ ਕਿਤੇ ਹੋਰ ਨਾ ਜਾਈਏ। ਚੌਥੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਪਾਂ ਪੜ੍ਹੀ ਆ, ਸਤ ਸੰਤੋਖ ਕਰ ਭਾਉ ਕੁੜਮ ਕੁੜਮਾਈ, ਆਇਆ ਬਲਰਾਮ ਜੀਓ। ਮੇਰੇ ਕੁੜਮ ਨੇ ਮੈਨੂੰ ਮੇਰੇ ਮਾਲਕ ਨਾਲ ਮਿਲਾ ਦਿੱਤਾ ਹੈ। ਉਹ ਕੁੜਮ ਕੌਣ ਹੈ? ਉਹ ਮੇਰਾ ਕੁੜਮ ਮੇਰਾ ਗੁਰੂ ਹੈ, ਸ਼ਬਦ ਗੁਰੂ ਹੈ। ਸੋ ਇੱਥੋਂ ਤੱਕ ਅੱਜ ਦੀ ਵਿਚਾਰ ਸਮਾਪਤ ਹੈ। ਬੋਲਦਿਆਂ ਤੋਂ ਅੱਖਰ ਵੱਧ ਘੱਟ ਰਹਿ ਜਾਂਦਾ। ਗੁਰੂ ਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।